ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 86 ਤੇ ਥੋੜਾ ਦੂਰ ਹੋ ਕੇ ਬੈਠੋ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 86 ਤੇ ਹੇਠੋਂ ਦੂਸਰੀ ਪੰਕਤੀ ਹੈ। ਮਹਿਲਾ ਤੀਜਾ। ਗੁਰ ਪੂਰੈ ਹਰ ਨਾਮ ਦਿੜਾਇਆ, ਤਿਨ ਵਿੱਚੋਂ ਭਰਮ ਚੁਕਾਇਆ। RAM ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ। ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ। ਗੁਰਮਤਿ ਜਮ ਜੋ ਨ ਸਕੈ, ਸਾਚੈ ਨਾਮ ਸਮਾਇਆ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਇ ਲਾਇਆ। ਜਨ ਨਾਨਕ ਨਾਮ ਲੈ ਤਾਂ ਜੀਵੈ, ਬਿਨ ਨਾਮੇ ਖਿਨ ਮਰ ਜਾਏ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਗੁਰ ਪੂਰੈ ਹਰ ਨਾਮ ਦਿੜਾਇਆ। ਜਿਸ ਵੀ ਵਿਅਕਤੀ ਨੂੰ ਪੂਰੇ ਗੁਰੂ ਨੇ ਨਾਮ ਪੱਕਿਆ ਕਰਤਾ, ਜਿਸ ਦੇ ਅੰਦਰ ਪੂਰੇ ਗੁਰੂ ਨੇ ਹਰੀ ਦੇ ਨਾਮ ਨੂੰ ਪੱਕਿਆ ਕਰ ਦਿੱਤਾ ਹੈ, ਤਿੰਨ ਵਿੱਚੋਂ ਭਰਮ ਚੁਕਾਇਆ। ਉਹਦੇ ਅੰਦਰੋਂ ਫਿਰ ਗੁਰੂ ਮਹਾਰਾਜ ਭਰਮ ਖਤਮ ਕਰ ਦਿੰਦੇ। ਇਹ ਨਾਮ ਜਿਹੜਾ ਹੈ ਉਹਦੇ ਅੰਦਰੋਂ ਭਰਮ ਖਤਮ ਕਰ ਦਿੰਦਾ। ਚੁਕਾਇਆ ਮੈਨੇ ਖਤਮ ਕਰ ਦਿੱਤਾ। RAM ਨਾਮ ਹਰ ਕੀਰਤ ਗਾਈ। ਉਹਨੇ ਪਰਮਾਤਮਾ ਦਾ ਨਾਮ ਜਪਿਆ, ਪਰਮਾਤਮਾ ਦੀ ਸਿਫਤ ਸਲਾਹ ਗਾਈ। ਕੀਰਤੀ ਸਿਫਤ ਸਲਾਹ। ਨਾਮ ਜਪਿਆ, ਪਰਮਾਤਮਾ ਦੀ ਸਿਫਤ ਸਲਾਹ ਗਾਈ। ਨਤੀਜਾ ਕੀ ਨਿਕਲਿਆ? ਕਰ ਚਾਨਣ ਮਗ ਦਿਖਾਇਆ। ਉਹਦੇ ਅੰਦਰ ਗਿਆਨ ਦਾ ਚਾਨਣ ਹੋ ਗਿਆ ਤੇ ਗੁਰੂ ਨੇ ਉਸ ਨੂੰ ਸਹੀ ਰਸਤਾ ਦੱਸਤਾ ਕਿ ਪਰਮਾਤਮਾ ਨੂੰ ਮਿਲਣ ਦਾ ਆਹ ਰਸਤਾ ਹੈ, ਆਹ ਢੰਗ ਹੈ। ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ। ਜਿਹਨੇ ਵੀ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਵਸਾ ਲਿਆ ਨਾ, ਉਹਨੇ ਆਪਣੇ ਅੰਦਰ ਹਉਮੈ ਖਤਮ ਕਰ ਲਿਆ। ਜਿਉਂ ਹੀ ਹਉਮੈ ਖਤਮ ਹੁੰਦੀ ਹੈ, ਏਕ ਲਿਵ ਲਾਗੀ, ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ। ਜਦੋਂ ਅੰਦਰ ਨਾਮ ਦਾ ਵਾਸਾ ਹੋ ਜਾਂਦਾ ਹੈ, ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਤੇ ਇੱਕ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਹੈ। ਗੁਰਮਤਿ ਜਮ ਜੋ ਨਾ ਸਕੈ, ਸਾਚੈ ਨਾਮ ਸਮਾਏ। ਜਿਹੜਾ ਬੰਦਾ ਗੁਰੂ ਦੀ ਮੱਤ ਤੇ ਚੱਲਦਾ, ਜੋ ਹੁੰਦਾ ਦੇਖਣਾ, ਭੈੜੀ ਨਿਗਾਹ ਨਾਲ ਵੇਖਣਾ, ਨੁਕਸਾਨ ਪਹੁੰਚਾਉਣ ਲਈ ਵੇਖਣਾ। ਗੁਰੂ ਦੀ ਮੱਤ ਤੇ ਚੱਲਣ ਵਾਲੇ ਜਾਂ ਵੱਲ ਜਿਹੜਾ ਜਮਦੂਤ ਹੈ, ਉਹ ਤੱਕ ਹੀ ਨਹੀਂ ਸਕਦਾ। ਸਾਚੈ ਨਾਮ ਸਮਾਇਆ, ਕਿ ਉਹ ਵਿਅਕਤੀ ਹਮੇਸ਼ਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ। ਸਾਚੈ ਪਰਮਾਤਮਾ ਦੇ ਨਾਮ ਵਿੱਚ ਸਮਾਇਆ ਰਹਿੰਦਾ ਹੈ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਇ ਲਾਇਆ। ਸਾਰਿਆਂ ਦੇ ਵਿੱਚ ਪਰਮਾਤਮਾ ਆਪ ਹੀ ਵਰਤ ਰਿਹਾ ਹੈ, ਪਰ ਜਿਸ ਨੂੰ ਉਹ ਚੰਗਾ ਸਮਝਦਾ, ਉਸ ਨੂੰ ਨਾਮ ਵਾਲੇ ਪਾਸੇ ਲਾ ਦਿੰਦਾ। ਅਸੀਂ ਬਾਣੀ ਵਾਲੇ ਪਾਸੇ ਲੱਗੇ ਹਾਂ, ਨਾਮ ਵਾਲੇ ਪਾਸੇ ਲੱਗੇ। ਕਿਉਂ? ਪਰਮਾਤਮਾ ਨੂੰ ਅਸੀਂ ਚੰਗੇ ਲੱਗਦੇ ਹਾਂ, ਇਸ ਕਰਕੇ। ਜੋ ਭਾਵੈ, ਜੋ ਨੂੰ ਚੰਗਾ ਲੱਗਦਾ
ਸੋ ਨਾ ਹੀ ਲਾਇਆ, ਉਹਨੂੰ ਨਾਮ 'ਚ ਲਾ ਦਿੰਦਾ ਹੈ। ਵਸਦਾ ਤੇ ਪਰਮਾਤਮਾ ਸਾਰਿਆਂ 'ਚ ਹੀ ਹੈ, ਪਰ ਜਿਹੜਾ ਵਿਅਕਤੀ ਉਹਨੂੰ ਚੰਗਾ ਲੱਗਦਾ ਹੈ ਉਹਨੂੰ ਨਾਮ ਜਪਣ ਲਾਉਂਦਾ। ਜਨ ਨਾਨਕ ਨਾਮ ਲਏ ਤਾਂ ਜੀਵੈ। ਤੀਸਰੇ ਪਾਤਸ਼ਾਹ ਕਹਿੰਦੇ ਵੀ ਮੈਂ ਤਾਂ ਜੇ ਨਾਮ ਜਪਦਾ ਤਾਂ ਜਿਉਂਦਾ, ਬਿਨ ਨਾਮੈ ਖਿਨ ਮਰ ਜਾਇਆ। ਨਾਮ ਤੋਂ ਬਿਨਾਂ ਤਾਂ ਮੈਂ 1 ਸੈਕਿੰਡ 'ਚ ਮਰ ਜਾਂਦਾ ਹਾਂ। ਇਸੇ ਲਈ ਬਾਣੀ ਕਹਿੰਦੀ ਆਖਾਂ ਜੀਵਾਂ ਵਿਸਰੈ ਮਰ ਜਾਉਂ। ਜੇ ਮੈਂ ਨਾਮ ਜਪਦਾ ਜਿਉਂਦਾ, ਜੇ ਮੈਨੂੰ ਨਾਮ ਭੁੱਲਦਾ ਤਾਂ ਸਮਝੋ ਮੈਂ ਮਰਦਾ ਹਾਂ। ਸੋ ਇਸ ਲਈ ਕਹਿੰਦੇ ਗੁਰੂ ਮਹਾਰਾਜ ਕਹਿੰਦੇ ਜਦੋਂ ਨਾਨਕ ਕੱਕੇ ਨੂੰ ਔਂਕੜਾ ਜੇ ਤਾਂ ਫਿਰ ਜਿਹੜੇ ਗੁਰੂ ਦੀ ਬਾਣੀ ਹੈ ਨਾ, ਤੀਸਰੇ ਗੁਰੂ ਦੀ ਬਾਣੀ ਚੱਲ ਰਹੀ ਹੈ, ਫਿਰ ਇਹਦਾ ਮਤਲਬ ਤੀਸਰੇ ਪਾਤਸ਼ਾਹ ਕਹਿੰਦੇ ਵੀ ਜੇ ਮੈਂ ਨਾਮ ਜਪਦਾ ਹਾਂ ਤਾਂ ਜਿਉਂਦਾ ਹਾਂ, ਜੇ ਨਾਮ ਨਹੀਂ ਜਪਦਾ ਤਾਂ ਸਮਝੋ ਮੈਂ ਮਰ ਗਿਆ ਹਾਂ। ਪੌੜੀ ਜੋ ਮਿਲਿਆ ਹਰ ਦੀਵਾਨ ਸਿਉ, ਸੋ ਸਭਨੀ ਦੀਵਾਣੀ ਮਿਲਿਆ। ਜਿੱਥੈ ਉਹ ਜਾਏ ਤਿੱਥੈ ਉਹ ਸੁਰਖਰੂ, ਉਸ ਕੈ ਮੂੰਹ ਡਿਠੈ ਸਭ ਪਾਪੀ ਤਰਿਆ। ਉਸ ਅੰਤਰ ਨਾਮ ਨਿਧਾਨ ਹੈ, ਨਾਮੋ ਪਰਵਰਿਆ। ਨਾਉ ਪੂਜੀਏ ਨਾਉ ਮੰਨੀਏ, ਨਾਏ ਕਿਲਵਿਖ ਸਭ ਹਿਰਿਆ। ਜਿੰਨੀ ਜੇ ਜਿੰਨੀ ਪੜੋਗੇ ਤਾਂ ਹਲਕਾ ਜਿੰਨੀ ਤੈਨੂੰ ਚੀਜ਼ ਚਾਹੀਦੀ ਹੈ ਓਨੀ ਲੈ ਲਾ, ਉਹ ਤਾਂ ਹੋ ਗਿਆ ਜਿਤਨੀ। ਜਿੰਨੀ ਵੀ ਜਿੰਨਾ ਨਹੀਂ, ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ, ਸੇ ਅਸਥਿਰ ਜਗ ਰਿਹਾ। ਤੀਸਰੇ ਪਾਤਸ਼ਾਹ ਪੌੜੀ ਰਾਹੀਂ ਫਰਮਾਨ ਕਰਦੇ ਨੇ ਜੋ ਮਿਲਿਆ ਹਰ ਦੀਵਾਨ ਸਿਉ। ਦੀਵਾਨ ਦਰਬਾਰ ਨੂੰ ਕਹਿੰਦੇ, ਜਿਹੜਾ ਪਰਮਾਤਮਾ ਦੇ ਦਰਬਾਰ ਨਾਲ ਮਿਲ ਗਿਆ ਸੋ ਸਭਨੀ ਦੀਵਾਣੀ ਮਿਲਿਆ। ਸਮਝੋ ਤੇ ਸਾਰੇ ਦਰਬਾਰਾਂ 'ਚ ਮਿਲਿਆ ਹੋਇਆ ਹੈ। ਜਿੱਥੇ ਉਹ ਜਾਏ, ਜਿਹੜਾ ਪਰਮਾਤਮਾ ਦੇ ਦਰ ਨਾਲ ਮਿਲ ਗਿਆ, ਦਰਬਾਰ ਨਾਲ ਮਿਲ ਗਿਆ, ਉਹ ਜਿੱਥੇ ਵੀ ਜਾਂਦਾ ਤਿੱਥੇ ਉਹ ਸੁਰਖਰੂ। ਸੁਰਖਰੂ ਦਾ ਮੁਕਤ। ਜਿਵੇਂ ਪਹਿਲਾਂ ਲੜਕੀ ਵਿਆਹੁਣ ਵਾਲੀ ਸੀ, ਮਨ 'ਤੇ ਬੜਾ ਬੋਝ ਸੀ, ਲੜਕੀ ਨੂੰ ਵਿਆਹ ਕਹਿੰਦਾ ਮੈਂ ਹੁਣ ਸੁਰਖਰੂ ਹੋ ਗਿਆ ਹਾਂ, ਭਾਵ ਜ਼ਿੰਮੇਵਾਰੀ ਤੋਂ ਆਜ਼ਾਦ ਹੋ ਗਿਆ, ਮੁਕਤ ਹੋ ਗਿਆ। ਤਿੱਥੇ ਉਹ ਸੁਰਖਰੂ, ਉਹ ਤਾਂ ਉੱਥੇ ਹੀ ਮੁਕਤ ਹੈ, ਕਿਤੇ ਵੀ ਜਾਏ ਉਹ ਬੰਧਨਾਂ 'ਚ ਵੱਜੇ ਹੀ ਨਹੀਂ ਹੈਗਾ। ਉਸ ਕੈ ਮੂੰਹ ਡਿਠੈ, ਉਹਦੇ ਦਰਸ਼ਨ ਕਰਕੇ ਨਾ ਸਭ ਪਾਪੀ ਤਰਿਆ। ਹਰ ਇੱਕ ਪਾਪੀ ਤਰ ਜਾਂਦਾ ਹੈ। ਇੱਥੇ ਸਭ ਸੱਸਾ ਭੱਬਾ ਹੈ, ਇੱਕ ਵਚਨ ਹੈ, ਭਾਵ ਹੈ ਹਰ ਇੱਕ ਪਾਪੀ ਤਰ ਜਾਂਦਾ। ਉਸ ਅੰਤਰ ਨਾਮ ਨਿਧਾਨ ਹੈ। ਜਿਹੜਾ ਪਰਮਾਤਮਾ ਦੇ ਦਰਬਾਰ ਨਾਲ ਮਿਲ ਗਿਆ ਉਹਦੇ ਅੰਦਰ ਕੀ ਹੈ? ਨਾਮ ਨਿਧਾਨ। ਨਿਧਾਨ ਹੁੰਦਾ ਖਜ਼ਾਨਾ, ਉਹਦੇ ਅੰਦਰ ਨਾਮ ਦਾ ਖਜ਼ਾਨਾ ਹੈ। ਨਾਮ ਪਰਵਰਿਆ। ਤੁਸੀਂ ਦੇਖਿਆ ਨੇ ਗੁਰੂਆਂ ਦੀ ਤਸਵੀਰਾਂ ਦੇ ਸਿਰ ਦੇ ਦੁਆਲੇ ਚਾਨਣ ਵਿਖਾਇਆ ਹੁੰਦਾ, ਉਹਨੂੰ ਕਹਿੰਦੇ ਪਰਵਰਿਆ। ਉਹਨਾਂ ਦੇ ਸੀਸ ਦੇ ਦੁਆਲੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਹੁਣ ਮੰਨ ਲਓ ਗੁਰੂ ਮਹਾਰਾਜ ਆ ਗਏ ਨੇ, ਉਹ ਸਾਨੂੰ ਤਾਂ ਦਿਸਣਗੇ ਜੇ ਸਾਡੀ ਦਿਵ ਦ੍ਰਿਸ਼ਟੀ ਖੁੱਲ੍ਹੇ। ਜਦੋਂ ਗੁਰੂ ਮਹਾਰਾਜ ਸਰੀਰ ਰੂਪ ਵਿੱਚ ਸਨ ਉਦੋਂ ਵੀ ਉਹਨਾਂ ਦੇ ਦੁਆਲੇ ਰੋਸ਼ਨੀ ਦਾ ਚੱਕਰ ਹੁੰਦਾ ਸੀ, ਪਰ ਉਹ ਦਿਸਦਾ ਚੱਕਰ ਉਸ ਨੂੰ ਸੀ ਜਿਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੁੰਦੀ ਸੀ, ਦੂਜੇ ਨਹੀਂ ਸੀ ਦਿਸਦਾ।
ਜਦੋਂ ਭਜਨ ਬੰਦਗੀ ਬਹੁਤ ਜ਼ਿਆਦਾ ਹੋ ਜਾਏ ਫਿਰ ਉਹ ਆਲੇ ਦੁਆਲੇ, ਸਿਰ ਦੇ ਆਲੇ ਦੁਆਲੇ ਪ੍ਰਕਾਸ਼ ਹੋ ਜਾਂਦਾ ਹੈ। ਉਹਨੂੰ ਕਹਿੰਦੇ ਪਰਵਰਿਆ। ਨਾਮ ਦਾ ਫਿਰ ਪ੍ਰਕਾਸ਼ ਹੋ ਜਾਂਦਾ ਉਹਦੇ ਸਿਰ ਦੇ ਦੁਆਲੇ, ਸੀਸ ਦੇ ਦੁਆਲੇ। ਨਾਉ ਪੂਜੀਐ ਨਾਉ ਮੰਨੀਐ, ਨਾਏ ਕਿਲਵਿਖ ਸਭ ਹਿਰਿਆ। ਜਿਹੜਾ ਨਾਮ ਨੂੰ ਪੂਜਦਾ ਹੈ, ਨਾਮ ਨੂੰ ਮੰਨਦਾ ਹੈ, ਭਾਵ ਜਿਹੜਾ ਪਰਮਾਤਮਾ ਨੂੰ ਪੂਜਦਾ ਹੈ, ਪਰਮਾਤਮਾ ਨੂੰ ਮੰਨਦਾ ਹੈ, ਨਾਏ ਕਿਲਵਿਖ ਸਭ ਹਿਰਿਆ। ਹਿਰਿਆ ਮੰਨਦਾ ਦੂਰ ਕਰ ਲੈਣਾ। ਉਹ ਨਾਮ ਦੇ ਰਸ ਰਾਹੀਂ ਸਾਰੇ ਪਾਪਾਂ ਨੂੰ ਦੂਰ ਕਰ ਲੈਂਦਾ। ਕਿਲਵਿਖ ਹੁੰਦਾ ਪਾਪ, ਉਹਦੇ ਸਾਰੇ ਪਾਪ ਖਤਮ ਹੋ ਜਾਂਦੇ। ਹਰ ਇੱਕ ਪਾਪ ਉਹਦਾ ਖਤਮ ਹੋ ਜਾਂਦਾ। ਜਿਨੇ ਨਾਮ ਧਿਆਇਆ ਇੱਕ ਮਨ ਇੱਕ ਚਿੱਤ। ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਜਪਿਆ, ਇਕਾਗਰ ਬਿਰਤੀ ਨਾਲ ਨਾਮ ਜਪਿਆ। ਕਈ ਵਾਰੀ ਆਪਣਾ ਮਨ ਬੜਾ ਨਾਮ ਜਪਣ ਜੁੜਦਾ, ਕਈ ਵਾਰੀ ਆਪਾਂ ਨਾਮ ਤੇ ਜਪਦੇ ਨੇ ਮਨ ਨਹੀਂ ਜੁੜਦਾ, ਇੱਧਰ ਉੱਧਰ ਗੇੜੇ ਲਾਉਂਦਾ ਰਹਿੰਦਾ। ਕਈ ਵਾਰੀ ਮੈਂ ਦੇਖਿਆ ਬਾਣੀ ਪੜ੍ਹਦੇ ਆ, ਨਾਮ ਜਪਦੇ ਹੋ, ਜੇ ਤੁਸੀਂ ਬਾਣੀ ਅਰਥਾਂ ਸਮੇਤ ਪੜ੍ਹੋ ਤੁਹਾਡੀ ਬਿਰਤੀ ਜ਼ਿਆਦਾ ਲੱਗਦੀ ਹੈ। ਉਂਝ ਬਾਣੀ ਪੜ੍ਹੋ ਬਿਰਤੀ ਘੱਟ ਲੱਗਦੀ ਹੈ, ਅਰਥਾਂ ਸਮੇਤ ਪੜ੍ਹੋ ਬਿਰਤੀ ਜ਼ਿਆਦਾ ਲੱਗਦੀ ਹੈ। ਕਿਉਂ? ਉਹ ਸਮਝ ਆ ਰਹੀ ਹੁੰਦੀ ਹੈ। ਇਸ ਲਈ ਕਹਿੰਦੇ ਜਿਨੇ ਨਾਮ ਧਿਆਇਆ ਇੱਕ ਮਨ ਇੱਕ ਚਿੱਤ। ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕੇ ਨਾਮ ਜਪਿਆ ਸੇ ਅਸਥਿਰ ਜਗ ਰਿਹਾ। ਉਹ ਸੰਸਾਰ 'ਚ ਅਮਰ ਹੋ ਗਏ। ਅਸਥਿਰ ਹਿੰਦੀ ਦਾ ਸ਼ਬਦ ਹੈ ਸਥਿਰ, ਅਡੋਲ ਹੋ ਜਾਣਾ। ਜੋ ਕੋਈ ਚੀਜ਼ ਹਿੱਲ ਹੁੱਲ ਨਾ ਰਹੀ ਹੋਵੇ, ਸਥਿਰ ਹੋਏ, ਫਿਰ ਉਹ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦਾ। ਉਹਦਾ ਮਨ ਅਡੋਲ ਹੋ ਜਾਂਦਾ ਅਤੇ ਉਹ ਫਿਰ ਅਮਰ ਹੋ ਜਾਂਦਾ। ਸ਼ਲੋਕ ਮਹਿਲਾ ਤੀਜਾ। ਆਤਮਾ ਦਿਓ ਪੂਜੀਐ, ਗੁਰ ਕੈ ਸਹਿਜ ਸੁਭਾਏ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਤਾਂ ਘਰ ਹੀ ਪਰਚਾ ਪਾਏ। ਆਤਮਾ ਅਡੋਲ ਨਾ ਡੋਲਈ, ਗੁਰ ਕੈ ਭਾਏ ਸੁਭਾਏ। ਗੁਰ ਵਿਣ ਸਹਿਜ ਨਾ ਆਵਈ, ਲੋਭ ਮੈਲ ਨਾ ਵਿੱਚੋਂ ਜਾਏ। ਖਿਨ ਪਲ ਹਰ ਨਾਮ ਮਨ ਵਸੈ, ਸਭ 68 ਤੀਰਥ ਨਹਾਏ। ਤੀਰਥ ਦਾ ਸੰਬੰਧ ਪਾਣੀ ਨਾਲ। ਕਿਸੇ ਤੇ ਪੰਨੇ ਨਹਾਏ, ਨੰਨੇ ਦੇ ਪੈਰ 'ਚ ਹਾਹਾ ਲਾ ਕੇ ਵੀ ਇਸ਼ਨਾਨ ਕੀਤਾ। ਮਨਮੁਖ ਕਰਮ ਕਰੇ ਅਹੰਕਾਰੀ, ਸੱਚੇ ਮੈਲ ਨਾ ਲੱਗੀ। ਮਲ ਲਾਗੈ ਦੂਜੈ ਭਾਏ, ਧੋਤੀ ਮੂਲ ਨਾ ਉਤਰੈ। ਜੇ 68 ਤੀਰਥ ਨਹਾਏ। ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਨਾਨਕ ਮੈਲਾ ਊਜਲ ਤਾਂ ਥੀਐ, ਜਾਂ ਸਤਿਗੁਰ ਮਾਹੇ ਸਮਾਏ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਆਤਮਾ ਦਿਓ, ਪਰਮਾਤਮਾ ਨੂੰ ਕਹਿੰਦੇ ਨੇ। ਆਤਮਾ ਦਿਓ ਪੂਜੀਐ, ਗੁਰ ਕੈ ਸਹਿਜ ਸੁਭਾਏ।
ਗੁਰੂ ਨਾਲ ਪ੍ਰੇਮ ਕਰਦਿਆਂ ਹੋਏ ਸੁਭਾਏ ਸਹਿਜ ਅਵਸਥਾ ਵਿੱਚ ਰਹਿ ਕੇ ਪਰਮਾਤਮਾ ਦੀ ਪੂਜਾ ਕਰਨੀ ਚਾਹੀਦੀ ਹੈ, ਭਾਵ ਉਹਦਾ ਨਾਮ ਜਪਣਾ ਚਾਹੀਦਾ। ਜੇ ਗੁਰੂ ਨਾਲ ਪਿਆਰ ਨਹੀਂ ਫਿਰ ਨਾਮ ਨਹੀਂ ਜਪਿਆ ਜਾਂਦਾ। ਜਿਸ ਨੇ ਸਾਨੂੰ ਨਾਮ ਦਿੱਤਾ, ਅਗਰ ਸਾਡਾ ਉਹਦੇ ਨਾਲ ਪਿਆਰ ਹੀ ਨਹੀਂ ਸਾਡੀ ਗੱਲ ਬਣੇਗੀ। ਸੋ ਗੁਰੂ ਪ੍ਰਤੀ ਚੰਗੀ ਭਾਵਨਾ ਰੱਖਣੀ, ਗੁਰੂ ਨੂੰ ਪਿਆਰ ਕਰਨਾ ਹੈ, ਫਿਰ ਸਹਿਜ ਅਵਸਥਾ 'ਚ ਆ ਕੇ ਪਰਮਾਤਮਾ ਦਾ ਨਾਮ ਜਪਣਾ ਹੈ। ਫਿਰ ਕੀ ਹੋਏਗਾ? ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਫਿਰ ਸਾਡੀ ਆਤਮਾ ਨੂੰ ਪਰਮਾਤਮਾ ਦੇ ਵਿਸ਼ਵਾਸ ਆ ਜਾਏਗਾ। ਪ੍ਰਤੀਤ ਹੁੰਦਾ ਵਿਸ਼ਵਾਸ। ਅੱਜ ਤਾਂ ਮਨੁੱਖ ਨੂੰ ਨਾ ਗੁਰੂ 'ਤੇ ਪੂਰਾ ਵਿਸ਼ਵਾਸ ਹੈ, ਨਾ ਰੱਬ 'ਤੇ ਹੈ। ਰੱਬ ਕਿਸੇ ਦੇਖੇ ਹੀ ਨਹੀਂ ਹੈ, ਅਤੇ ਜਿਹੜਾ ਥੋੜ੍ਹੇ ਜਿਹੇ ਦੇਖਿਆ, ਬਹੁਤੇ ਲੋਕ ਉਹਨਾਂ ਦੀ ਗੱਲ ਮੰਨਦੇ ਨਹੀਂ ਹੈਗੇ। ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਕਿ ਇਹਨਾਂ ਵੇਖਿਆ ਕਿ ਨਹੀਂ ਵੇਖਿਆ। ਇਸ ਲਈ ਪਰਮਾਤਮਾ 'ਤੇ ਕਈਆਂ ਦੀ ਪ੍ਰਤੀਤ ਹੀ ਨਹੀਂ ਹੁੰਦੀ। ਬੇਅੰਤ ਲੋਕ ਕਹਿੰਦੇ ਨੇ ਕਿ ਪਰਮਾਤਮਾ 'ਤੇ ਹੈ ਹੀ ਨਹੀਂ, ਕਹਿੰਦੇ ਹੈ ਹੀ ਨਹੀਂ। ਕਈ ਕਹਿੰਦੇ ਹੋਏਗਾ ਭਾਈ, ਕਹਿੰਦੇ ਨੇ ਹੈਗਾ, ਮੈਨੂੰ ਤਾਂ ਪਤਾ ਨਹੀਂ। ਕਈ ਕਹਿੰਦੇ ਹੈਗਾ। ਇੱਕ ਵਾਰੀ ਮਸਕੀਨ ਜੀ ਕਹਿੰਦੇ ਵੀ ਨਾ ਸੰਸਾਰ ਦੇ ਧਾਰਮਿਕ ਲੋਕਾਂ ਦੀ ਸਭਾ ਸੀ, ਇੱਕ ਮੁਸਲਮਾਨ ਵੀ ਸੀ ਉੱਥੇ, ਇੱਕ ਅੰਗਰੇਜ਼ ਵੀ ਸੀ। ਉਹ ਜਿਹੜਾ ਕੋਈ ਰੱਬ ਦੇ ਬਾਰੇ ਕਹਿੰਦਾ ਸੀ, ਉਹ ਖੜਾ ਹੋ ਕੇ ਕੱਟਦਿਆ ਕਰਦਾ ਸੀ। ਉਹਦੇ ਕੋਈ ਜਵਾਬ ਹੀ ਨਹੀਂ ਸੀ ਦੇ ਰਿਹਾ ਵਿਦਵਾਨ। ਅਖੀਰ 'ਤੇ ਕਹਿੰਦਾ ਮੇਰੀ ਵਾਰੀ ਕਿ ਮੈਨੂੰ ਨਾਲੇ ਪਸੀਨਾ ਆਵੇ, ਬਈ ਇਹ ਤਾਂ ਬੇਇੱਜ਼ਤੀ ਹੋ ਜਾਏਗੀ ਭਰੀ ਸਭਾ 'ਚ। ਕਹਿੰਦਾ ਜਦੋਂ ਮੈਂ ਕਿਹਾ ਵੀ ਪਰਮਾਤਮਾ ਹੈ, ਉਹ ਖੜਾ ਹੋ ਗਿਆ। ਕਿ ਤੁਹਾਨੂੰ ਕੀ ਪਤਾ ਪਰਮਾਤਮਾ ਹੈ? ਉਹ ਕਹਿੰਦਾ ਵੀ ਤੇਰੇ ਬਾਪ ਦਾ ਕੀ ਨਾਂ ਹੈ? ਉਹ ਅੰਗਰੇਜ਼ ਕਹਿੰਦਾ ਫਲਾਣਾ। ਕਹਿੰਦੇ ਤੈਨੂੰ ਕੀ ਵਿਸ਼ਵਾਸ ਹੈ ਕਿ ਤੇਰਾ ਬਾਪ ਹੈ? ਉਹ ਤੈਨੂੰ ਕੀ ਪਤਾ ਤੇਰਾ ਬਾਪ ਹੈ? ਉਹ ਤੇਰੇ ਤੋਂ ਪਹਿਲਾਂ ਸੀ। ਤੈਨੂੰ ਕੀ ਪਤਾ ਤੇਰਾ ਬਾਪ ਹੈ? ਕਹਿੰਦਾ ਮੇਰੀ ਮਾਂ ਨੇ ਕਿਹਾ। ਕਹਿੰਦਾ ਤੇਰੀ ਮਾਂ ਨੇ ਕਿਹਾ ਵੀ ਉਹ ਤੇਰਾ ਬਾਪ ਹੈ ਤਾਂ ਤੂੰ ਮੰਨਿਆ ਨਾ, ਪਰ ਸਾਡਾ ਗੁਰੂ ਕਹਿੰਦਾ ਪਰਮਾਤਮਾ ਹੈ, ਅਸੀਂ ਇਸ ਲਈ ਮੰਨਦੇ ਹਾਂ। ਚੁੱਪ ਕਰਕੇ ਕਹਿੰਦੇ ਬਹਿ ਗਿਆ। ਮੇਰੇ ਸਾਹ 'ਚ ਸਾਹ ਆਇਆ। ਸੋ ਕਈ ਚੀਜ਼ਾਂ ਜਿਹੜੀਆਂ ਇਹ ਨਹੀਂ ਹੁੰਦਾ ਕਿ ਅਸੀਂ ਜ਼ਰੂਰ ਵੇਖੀਆਂ ਹੋਈਆਂ ਨੇ, ਔਰ ਗੱਲ ਠੀਕ ਸੀ ਉਹਨਾਂ ਦੀ। ਮਾਂ ਹੀ ਸਾਨੂੰ ਦੱਸਦੀ ਹੈ ਵੀ ਤੇਰਾ ਡੈਡੀ ਹੈ। ਜਦੋਂ ਬੱਚਾ ਬੋਲਣ ਲੱਗਦਾ ਨਾ, ਮਾਂ ਹੀ ਦੱਸਦੀ ਤੇਰਾ ਪਿਤਾ, ਇਹ ਤੇਰਾ ਭਰਾ ਹੈ, ਇਹ ਤੇਰੀ ਵੱਡੀ ਭੈਣ ਹੈ। ਤੇਰਾ ਬੱਚੇ ਨੂੰ ਦੱਸ ਗਿਆ। ਬੱਚੇ ਨੂੰ ਕੀ ਪਤਾ ਹੈ? ਖੜੇ ਨੇ ਕਈ ਬੰਦੇ, ਬੱਚਾ ਤਾਂ ਬਾਅਦ 'ਚ ਪੈਦਾ ਹੋਇਆ, ਬਾਪ ਪਹਿਲਾਂ ਦਾ ਹੈ। ਬੱਚਾ ਆਪਣੇ ਪੁੱਤਰ ਬਾਰੇ ਤਾਂ ਦੱਸ ਸਕਦਾ ਹੈ, ਆਪਣੇ ਬਾਪ ਬਾਰੇ ਗਰੰਟੀ ਨਾਲ ਨਹੀਂ ਕਹਿ ਸਕਦੇ ਮੇਰਾ ਬਾਪ ਹੈ। ਮਾਂ ਕਹਿੰਦੀ ਹੈ ਤੇਰਾ ਬਾਪ ਹੈ, ਬੱਚਾ ਮੰਨ ਲੈਂਦਾ। ਬਸ ਆਪਾਂ ਆਪਣੀ ਮਾਂ ਨੇ ਕਿਹਾ ਤੇ ਡੈਡੀ ਹੈ, ਬਾਪ ਹੈ, ਆਪਾਂ ਮੰਨ ਲਿਆ। ਆਪਾਂ ਅੱਜ ਤੱਕ ਨਹੀਂ ਮਾਂ ਨੂੰ ਕਿਹਾ ਵੀ ਕੀ ਸਬੂਤ ਹੈ, ਕਦੇ ਆਪਾਂ ਡਾਊਟ ਕੀਤੇ ਹੀ ਨਹੀਂ ਵੀ ਇਹ ਮੇਰਾ ਬਾਪ ਨਹੀਂ ਹੈ, ਕਦੇ ਨਹੀਂ ਸ਼ੰਕਾ ਕੀਤੀ, ਮੰਨ ਲਿਆ। ਇਸ ਤਰ੍ਹਾਂ ਫਿਰ ਸਿੱਖ ਜਿਹੜਾ ਹੈ ਉਹ ਇਸ ਲਈ ਪਰਮਾਤਮਾ ਨੂੰ ਮੰਨਦਾ ਹੈ ਕਿ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਹੈ, ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਉਹਨੂੰ ਵਿਸ਼ਵਾਸ ਹੈ। ਇਸ ਲਈ ਉਹ ਗੁਰੂ ਦੀ ਗੱਲ ਮੰਨ ਕੇ ਲੱਗਾ ਰਹਿੰਦਾ ਅਤੇ ਇੱਕ ਦਿਨ ਪ੍ਰਾਪਤੀ ਕਰ ਲੈਂਦਾ। ਤਾਂ ਪ੍ਰਤੀਤ ਆਉਂਦੀ।
ਸੋ ਕਹਿੰਦੇ ਆਤਮੇ ਨੂੰ ਆਤਮੇ ਦੀ ਪ੍ਰਤੀਤ। ਪਹਿਲੀ ਆਤਮਾ ਆਪਣੇ ਮਨ, ਆਪਣਾ ਆਤਮਾ। ਦੂਜੀ ਆਤਮਾ ਹੈ ਪਰਮਾਤਮਾ। ਸਾਡੇ ਮਨ ਨੂੰ ਪਰਮਾਤਮਾ 'ਤੇ ਫਿਰ ਵਿਸ਼ਵਾਸ ਹੁੰਦਾ, ਪ੍ਰਤੀਤੀ ਆ ਜਾਂਦੀ। ਜਦੋਂ ਵਿਸ਼ਵਾਸ ਆ ਗਿਆ ਤਾਂ ਘਰ ਹੀ ਪਰਚਾ ਪਏ। ਪਰਚਾ ਹੁੰਦਾ ਪਿਆਰ, ਅਤੇ ਘਰ ਦਾ ਮਤਲਬ ਹਿਰਦੇ ਵਿੱਚ। ਫਿਰ ਉਹਦੇ ਹਿਰਦੇ 'ਚ ਪਰਮਾਤਮਾ ਪ੍ਰਤੀ ਪਿਆਰ ਪੈਦਾ ਹੋ ਜਾਂਦਾ। ਆਤਮਾ ਅਡੋਲ ਨਾ ਡੋਲੇ, ਗੁਰ ਕੈ ਭਾਏ ਸੁਭਾਏ। ਇੱਕ ਹੁੰਦਾ ਸਹਿਜ ਸੁਭਾਏ। ਜੇ ਅੱਗੇ ਭਾਏ ਦੀ ਥਾਂ 'ਤੇ ਸਹਿਜ ਲੱਗਣ ਦਾ, ਫਿਰ ਆਪਾਂ ਪੜ੍ਹਦੇ ਸਹਿਜ ਸੁਭਾਏ, ਫਿਰ ਇਸ ਤਰ੍ਹਾਂ ਪੜ੍ਹਨਾ ਸੀ। ਹੁਣ ਭਾਏ ਸੁਭਾਏ, ਭਾਵ ਚੰਗੀ ਭਾਵ ਨਾਲ, ਪਿਆਰ ਨਾਲ। ਜਦੋਂ ਮਨੁੱਖ ਗੁਰੂ ਪ੍ਰਤੀ ਚੰਗੀ ਭਾਵਨਾ ਰੱਖਦਾ ਹੈ, ਪਿਆਰ ਕਰਦਾ ਹੈ ਗੁਰੂ ਨੂੰ, ਤਾਂ ਫਿਰ ਇਹਦਾ ਮਨ ਡੋਲਦਾ ਨਹੀਂ, ਅਡੋਲ ਹੋ ਜਾਂਦਾ। ਕਿਉਂਕਿ ਗੱਲ ਤੇ ਵਿਸ਼ਵਾਸ ਆਉਣ ਦੀ ਹੈ। ਜੇ ਵਿਸ਼ਵਾਸ ਹੀ ਨਹੀਂ, ਇੱਕ ਬੱਚਾ ਪੇਪਰ ਦੇਣ ਜਾ ਰਿਹਾ, ਉਹ ਜਾਂਦਾ ਜਦੋਂ ਪਤਾ ਨਹੀਂ ਮੈਂ ਪਾਸ ਹੋਵਾਂਗਾ ਕਿ ਨਹੀਂ, ਉਹਦੇ ਪਾਸ ਹੋਣ ਦੀ ਬਹੁਤ ਘੱਟ ਸੰਭਾਵਨਾ, ਕਿਉਂਕਿ ਉਹਨੂੰ ਵਿਸ਼ਵਾਸ ਹੀ ਨਹੀਂ ਕਿ ਮੈਂ ਮਿਹਨਤ ਕੀਤੀ, ਮੈਂ ਪਾਸ ਹੋ ਜਾਵਾਂਗਾ। ਕਿੰਨੇ ਬੱਚੇ ਮੇਰੇ ਤੋਂ ਪੁੱਛਦੇ ਨੇ, ਬਾਬਾ ਜੀ ਮੈਂ ਆਈਲੈਟਸ ਦਾ ਪੇਪਰ ਦੇਣਾ, ਮੈਂ ਪਾਸ ਹੋ ਜਾਵਾਂਗਾ ਜਾਂ ਹੋ ਜਾਵਾਂਗੀ। ਫਿਰ ਅਸੀਂ ਦੇਖਦੇ ਹਾਂ ਵੀ ਇਹਦਾ ਮਨ ਮਜ਼ਬੂਤ ਕਰਨਾ। ਹੁਕਮਨਾਮੇ 'ਚ ਆ ਰਿਹਾ ਵੀ ਪਾਸ ਹੋ ਜੂ, ਪਰ ਉਹਦੇ ਮਨ ਨੂੰ ਮਜ਼ਬੂਤ ਕਰਨ ਲਈ ਅਸੀਂ ਨੂੰ ਪੜ੍ਹ ਦੇ ਦਿੰਦੇ ਹਾਂ, ਤੂੰ ਪੜ੍ਹ ਕਰ ਪਾਸ ਹੋ ਜਾਏਗੀ। ਉਹ ਇੰਨੀ ਗੱਲ ਸੁਣ ਕੇ ਚੜ੍ਹਦੀ ਕਲਾ 'ਚ ਹੁੰਦੀ, ਚੜ੍ਹਦੀ ਕਲਾ 'ਚ ਫਿਰ ਪਾਠ ਵੀ ਕਰਦੇ ਰਹਿੰਦੇ ਹੈ ਅਤੇ ਬਾਅਦ 'ਚ ਪਾਸ ਹੋ ਜਾ। ਕਿਉਂਕਿ ਇਸ ਤਰ੍ਹਾਂ ਫਿਰ ਉਹਨੂੰ ਗੁਰਬਾਣੀ 'ਤੇ ਵਿਸ਼ਵਾਸ ਪੈ ਜਾਂਦਾ, ਮੈਂ ਬਾਣੀ ਪੜ੍ਹੀ ਇਸ ਲਈ ਮੇਰੇ ਚੰਗੇ ਨੰਬਰ ਆ ਗਏ। ਉਹ ਹੌਲੀ ਹੌਲੀ ਬੱਚਾ ਬਾਣੀ ਨਾਲ ਜੁੜ ਜਾਂਦਾ। ਮਹਾਂਪੁਰਖ ਕਹਿੰਦੇ ਸੀ, ਆਪਾਂ ਨੇ ਜੋ ਵੀ ਤੇਰੇ ਤੋਂ ਪੁੱਛਣਾ ਆਵੇ ਉਹਨੂੰ ਬਾਣੀ ਨਾਲ ਜੋੜਨਾ। ਆਪਾਂ ਨੇ ਸਿੱਧੇ ਨਹੀਂ ਕਹਿਣਾ ਹਾਂ ਤੇਰੇ ਆ ਜਾਣਗੇ, ਫਿਰ ਤਾਂ ਅਗਲਾ ਬਾਣੀ ਪੜ੍ਹੇਗਾ ਹੀ ਨਹੀਂ। ਉਹਨੂੰ ਕਹਿ ਭਾਈ ਬਾਣੀ ਪੜ੍ਹ, ਫਿਰ ਤੇਰੇ ਆ ਜਾਣਗੇ, ਫਿਰ ਤੇਰੇ ਆ ਜਾਣਗੇ। ਫਿਰ ਉਹ ਬਾਣੀ ਪੜ੍ਹੇਗਾ, ਫਿਰ ਉਹਨੂੰ ਹੋਏਗਾ ਹਾਂ ਬਾਣੀ ਪੜ੍ਹ ਪੜ੍ਹ ਕੇ ਮੇਰੇ ਨੰਬਰ ਆਏ, ਇਸ ਲਈ ਫਿਰ ਉਹ ਲੱਗਾ ਰਹੇਗਾ। ਅਤੇ ਕਿਸੇ ਨੂੰ ਭਜਨ ਬੰਦਗੀ ਵਾਲੇ ਪਾਸੇ ਲਾ ਦੇਣਾ ਬਹੁਤ ਵੱਡਾ ਗੁਣ ਹੁੰਦਾ। ਜੇ ਇਹ ਗੱਲ ਪੁੱਛਣੀ ਹੈ ਫਿਰ ਗੁਲਜ਼ਾਰ ਸਿੰਘ ਨੂੰ ਪੁੱਛਿਓ। ਉਹ ਅੱਜ ਤੱਕ ਸਰਦਾਰ ਆਤਮਾ ਸਿੰਘ ਦਾ ਧੰਨਵਾਦੀ ਹੈ। ਇਹਦੇ ਪਿੰਡ ਦਾ ਹੀ ਹੈ, ਰੇਡੀਓ ਮਕੈਨਿਕ ਹੈ, ਉਹਦਾ ਨਾਂ ਆਤਮਾ ਸਿੰਘ ਸੀ। ਬਹੁਤ ਸਾਲ ਪਹਿਲਾਂ ਉਹਨੇ ਇੱਥੋਂ ਸੰਥਿਆ ਲਈ। ਗੁਲਜ਼ਾਰ ਸਿੰਘ ਉਦੋਂ ਰੇਹੜੀ ਚਲਾਇਆ ਕਰਦਾ ਸੀ, ਆਹ ਲੱਕੜਾਂ ਲੁੱਕੜਾਂ ਢੋਂਦੇ ਜਿਹੜੇ ਇਹਨਾਂ ਲੱਗੇ ਹੁੰਦੇ ਨੇ, ਬੱਚੇ ਵਾਲੇ ਵੀ ਸੀ ਉਦੋਂ ਪਹਿਲਾਂ, ਦੂਜੀ ਵੀ ਸੀ। ਹਾਂ, ਉਹ ਜਦੋਂ ਵੀ ਉਹ ਮਿਲਣਾ ਕਹਿੰਦੇ ਗੁਲਜ਼ਾਰ ਸਿਆ ਤੂੰ ਸੰਥਿਆ ਲੈ ਲਾ। ਕਹੇ ਜਦੋਂ 15-20 ਦਿਨਾਂ ਬਾਅਦ ਉਹਨੇ ਮਿਲਣਾ, ਮੈਨੂੰ ਕਹਿੰਦਾ ਗੁਲਜ਼ਾਰ ਸਿਆ ਤੂੰ ਸੰਥਿਆ ਲੈ ਲਾ। ਉਹ ਮੈਨੂੰ 1 ਸਾਲ ਕਹਿੰਦਾ ਰਿਹਾ, ਫਿਰ ਮੈਂ ਆ ਗਿਆ। ਕਹਿੰਦਾ ਦੇਖੋ ਸੰਥਿਆ ਲੈ ਲਈ, ਉੱਧਰੋਂ ਤੁਸੀਂ ਅਖੰਡ ਪਾਠ ਸ਼ੁਰੂ ਕਰਤੇ, ਮੈਂ ਉੱਧਰ ਨੂੰ ਲੱਗ ਗਿਆ। ਕਹਿੰਦੇ ਹੁਣ ਤੁਹਾਨੂੰ ਲੋਕ ਬਹੁਤ ਵਧੀਆ ਪਹਿਨਣ ਨੂੰ ਕੱਪੜੇ ਦਿੰਦੇ ਨੇ, ਉਹ ਤੁਸੀਂ ਸਿਲਾ ਕੇ 1-2 ਧੋ ਪਾਉਂਦੇ ਹੋ, ਫਿਰ ਮੈਨੂੰ ਦੇ ਦਿੰਦੇ ਹੋ। ਅਤੇ ਲੋਕ ਸਾਡੀ ਆਪਣੀ ਬਰਾਦਰੀ ਦੇ ਬੜੇ ਔਖੇ ਹੁੰਦੇ ਨੇ ਵੀ ਹੈਂ ਇਹ ਰੇਹੜੀ ਢੋਇਆ ਕਰਦਾ ਸੀ, ਪਸੀਨੋ ਦੇਖ ਕੇ ਹੁਣ ਬਗਲਿਆਂ ਵਾਂਗੂ ਫਿਰਦਾ, ਕੋਈ ਕੰਮ ਨਹੀਂ ਕਰਦਾ, ਧੰਦਾ ਨਹੀਂ ਕਰਦਾ, ਖੁਸ਼ ਰਹਿੰਦਾ, ਖੁਸ਼ ਰਹਿੰਦਾ। ਬਾਣੀ ਪੜ੍ਹਨ ਲੱਗ ਗਿਆ, ਨਾਮ ਜਪਣ ਲੱਗ ਗਿਆ, ਇੱਧਰ ਰੁਜ਼ਗਾਰ ਮਿਲ ਗਿਆ। ਫਿਰ ਜਦੋਂ ਕਹੂਗਾ ਕਹਿੰਦਾ ਵੀ ਆਤਮਾ ਸਿੰਘ ਜਿਉਂਦਾ ਰਹੇ ਭਾਈ, ਉਹਨੇ ਮੇਰੇ 'ਤੇ ਬਹੁਤ ਵੱਡਾ ਉਪਕਾਰ, ਮੈਨੂੰ ਕਹਿ ਕੇ ਇਸ ਪਾਸੇ ਲਾਤਾ। ਕਿਉਂਕਿ ਸੰਤ ਪ੍ਰੀਤਮ ਸਿੰਘ ਜੀ ਅੰਬੇ ਮਾਜਰੇ ਵਾਲੇ, ਜਿਹੜਾ ਗੋਬਿੰਦਗੜ੍ਹ ਹੈ,
ਉੱਥੇ ਜਿਹੜਾ ਕਾਲਜ ਹੈ ਰਿਮਟ, ਉਹਦੇ ਗੇਟ ਦੇ ਸਾਹਮਣੇ ਉਹਨਾਂ ਦਾ ਡੇਰਾ। ਉਹ ਕਹਿੰਦੇ ਭਾਈ ਮੇਰੀ ਭਜਨ ਬੰਦਗੀ ਦਾ 25% ਤੇ ਉਹ ਬੰਦਾ ਲੈਂਦਾ ਜਿਸ ਨੇ ਮੈਨੂੰ ਇਸ ਪਾਸੇ ਲਾਇਆ। ਉਹਨੇ ਮੈਨੂੰ ਭਜਨ ਬੰਦਗੀ ਵਾਲੇ ਪਾਸੇ ਲਾਇਆ। 25% ਤਾਂ ਉਹਨੂੰ ਵੈਸੇ ਹੀ ਮਿਲੀ ਜਾਂਦਾ ਮੇਰੀ ਭਜਨ ਬੰਦਗੀ ਦਾ। ਅਤੇ ਜੇ ਇਸ ਤਰ੍ਹਾਂ ਤੁਸੀਂ 10-15 ਬੰਦਿਆਂ ਨੂੰ ਵੀ ਲਾ ਦਿਓ ਇਸ ਪਾਸੇ, ਦੱਸੋ ਮੌਜਾਂ ਹੋ ਗਈ ਕਿ ਨਹੀਂ? ਚਲੋ ਤਾਂ 25 ਕਹੇ, ਜੇ 10-10% ਵੀ ਮਿਲਣ ਲੱਗ ਗਿਆ ਤਾਂ ਕਿੰਨਾ ਸਾਨੂੰ ਮਿਲ ਗਿਆ ਉਧਰ ਨੂੰ ਲਾ ਕੇ। ਸੋ ਇਸ ਲਈ ਪ੍ਰੇਰਦੇ ਰਹਿਣਾ ਚਾਹੀਦਾ। ਅਸੀਂ ਕਿਸੇ ਨੂੰ ਕੰਪੈਲ ਨਹੀਂ ਕਰਨਾ, ਕਿਸੇ ਨੂੰ ਕੋਈ ਹੇਟ ਨਹੀਂ ਕਰਨੀ, ਉਹਨੂੰ ਪਿਆਰ ਨਾਲ ਕਹਿਣਾ ਭਾਈ ਤੂੰ ਹੋ ਸਕਦਾ ਕੋਈ ਅਪਸ਼ਬਦ ਵੀ ਤੁਹਾਨੂੰ ਬੋਲਦੇ, ਕੀ ਯਾਰ ਤੂੰ ਰੋਜ਼ ਦੁਖੀ ਕਰਕੇ ਐਂ ਕਹੀ ਜਾਂਦਾ, ਪਿਆਰ ਨਾਲ ਕਹੀ ਜਾਣਾ ਹੁੰਦਾ। ਕਦੇ ਨਾ ਕਦੇ ਤਾਂ ਮੰਨ ਜਾਏਗਾ। ਜਦੋਂ ਫਿਰ ਮੰਨ ਜਾਏਗਾ ਫਿਰ ਇਸ ਪਾਸੇ ਲੱਗੇਗਾ, ਫਿਰ ਮਨ 'ਚੋਂ ਤੁਹਾਡਾ ਧੰਨਵਾਦ ਕਰਦਾ ਰਹੇਗਾ। ਮੈਂ ਤੈਨੂੰ ਆਪਣੇ ਪ੍ਰਿੰਸੀਪਲ ਦਾ ਸੁਣਾਇਆ ਨਹੀਂ ਮਲੋਟ ਦਾ, ਕਿੰਨਾ ਸਮਾਂ ਬੀਤ ਗਿਆ। 1971, 29 ਸਾਲ ਅਤੇ 21 ਸਾਲ, 50 ਸਾਲ ਹੋ ਗਏ ਇਸ ਗੱਲ ਨੂੰ। ਅੱਜ ਤੱਕ ਵੀ ਮੈਂ ਉਹਨਾਂ ਦਾ ਧੰਨਵਾਦੀ ਹਾਂ ਬਈ ਬੰਦੇ ਨੇ ਇਸ ਪਾਸੇ ਲਾਤਾ। ਧੰਨਵਾਦੀ ਹਾਂ ਅਤੇ ਤਾਂ ਹੀ ਸੁਣਾਉਣਾ ਨਾ ਕਦੇ ਕਦੇ। ਸੋ ਕਿਸੇ ਨੂੰ ਚੰਗੇ ਪਾਸੇ ਲਾ ਦੇਣਾ ਇਹ ਬਹੁਤ ਵੱਡਾ ਪੁੰਨ ਹੁੰਦਾ ਹੈ। ਉਸ ਪੁੰਨ ਨੂੰ ਸ਼ਬਦਾਂ 'ਚ ਵਰਣਨ ਨਹੀਂ ਕੀਤਾ ਜਾ ਸਕਦਾ ਹੁੰਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਆਤਮਾ ਅਡੋਲ ਨਾ ਡੋਲੀ, ਗੁਰ ਕੈ ਭਾਏ ਸਪਾਏ। ਗੁਰੂ ਦੇ ਪਿਆਰ ਸਦਕਾ ਇਹ ਫਿਰ ਜਿਹੜਾ ਮਨ ਅਡੋਲ ਹੋ ਜਾਂਦਾ ਹੈ, ਫਿਰ ਇਹ ਡੋਲਦਾ ਨਹੀਂ ਹੈ। ਗੁਰ ਬਿਨ ਸਹਿਜ ਨਾ ਆਵੇ, ਗੁਰੂ ਤੋਂ ਬਿਨਾਂ ਸਹਿਜ ਅਵਸਥਾ ਹੀ ਨਹੀਂ ਪ੍ਰਾਪਤ ਹੁੰਦੀ। ਸਹਿਜ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਹੈ, ਜਿੱਥੇ ਜਾ ਕੇ ਮਨ ਅਡੋਲ ਹੋ ਜਾਂਦਾ। ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਅਮੀਰੀ ਆਓ, ਗਰੀਬੀ ਆਓ, ਮਨ ਅਡੋਲ ਰਹਿੰਦਾ। ਉਹਨੂੰ ਕਹਿੰਦੇ ਸਹਿਜ ਅਵਸਥਾ। ਇਹ ਗੁਰੂ ਤੋਂ ਬਿਨਾਂ ਸਹਿਜ ਅਵਸਥਾ ਪ੍ਰਾਪਤ ਨਹੀਂ ਹੁੰਦੀ। ਲੋਭ ਮੈਲ ਨਾ ਵਿੱਚੋਂ ਜਾਏ। ਕੋਈ ਵੀ ਮਾੜਾ ਕਰਮ ਸਾਡੇ ਮਨ ਨੂੰ ਮੈਲਿਆਂ ਕਰਦਾ। ਕਾਮ ਹੋਇਆ, ਕ੍ਰੋਧ ਹੋਇਆ, ਉਹਦਾ ਖਿਆਲ ਲਿਆਉਣ ਨਾਲ ਹੀ ਮਨ ਮੈਲਾ ਹੋਣਾ ਸ਼ੁਰੂ ਹੋ ਜਾਂਦਾ। ਜੇ ਤੇ ਕਰਮ ਕਰਤਾ ਫਿਰ ਤੇ ਬਹਿ ਗਿਆ ਸਾਡਾ ਪੱਠਾ। ਖਿਆਲ ਲਿਆਉਣਾ ਹੀ ਮਨ ਨੂੰ ਮੈਲਿਆਂ ਕਰਦਾ ਰਹਿੰਦਾ ਹੈ। ਫਿਰ ਭਜਨ ਬੰਦਗੀ ਕਰ ਕਰਕੇ ਉਹ ਮਨ ਸਾਫ਼ ਕਰਨਾ ਪੈਂਦਾ। ਲੋਭ ਮੈਲ, ਲੋਭ ਲਾਲਚ ਕਰ ਜਿਹੜੀ ਮਨ ਨੂੰ ਮੈਲ ਲੱਗੇ ਨਾ ਵਿੱਚੋਂ ਜਾਏ, ਉਹ ਲੈਂਦੀ ਨਹੀਂ ਹੈਗੀ। ਖਿਨ ਪਲ ਹਰ ਨਾਮ ਮਨ ਵਸੈ। ਪਰ ਜੇ ਇੱਕ ਸੈਕਿੰਡ ਲਈ ਵੀ ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਜਾਏ ਨਾ, ਸਭ 68 ਤੀਰਥ ਨਹਾਏ। ਐਂ ਸਮਝੋ ਤੁਸੀਂ 68 ਤੀਰਥਾਂ 'ਤੇ ਇਸ਼ਨਾਨ ਕਰ ਲਏ। ਜਿਵੇਂ ਹਿੰਦੂ ਵੀਰ ਕਹਿੰਦੇ ਵੀ 68 ਤੀਰਥਾਂ 'ਤੇ ਇਸ਼ਨਾਨ ਕਰਕੇ ਬੰਦੇ ਦਾ ਮਨ ਸਾਫ਼ ਹੋ ਜਾਂਦਾ, ਮੁਕਤ ਹੋ ਜਾਂਦਾ ਹੈ। ਗੁਰਬਾਣੀ ਕਹਿੰਦੀ ਪਰਮਾਤਮਾ ਦਾ ਨਾਮ ਜਿਹੜਾ ਹੈ ਇਹੀ ਅਸਲ 68 ਤੀਰਥ ਹੈ। ਸਿੱਖ ਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਉਹ ਬਸ ਨਾਮ ਜਪੀ ਜਾਏ। ਉਦੇਸ਼ ਹੈ ਮਨ ਨੂੰ ਸਾਫ਼ ਕਰਨਾ। ਜੇ ਤੀਰਥ 'ਤੇ ਜਾ ਕੇ ਵੀ ਕੋਈ ਮਾੜਾ ਕੰਮ ਕੀਤਾ ਤਾਂ ਗੁਰੂ ਮਹਾਰਾਜ ਨੇ ਇੱਕ ਭਾਉ ਲੱਥੀ ਨਹਾਤਿਆਂ, ਦੋਏ ਭਾਏ ਚੜੀਐਸ ਹੋਰ। ਭਾਉ ਮੈਨੇ ਹਿੱਸਾ। ਤੀਰਥ ਦੇ ਨਹਾ ਕੇ ਇੱਕ ਹਿੱਸਾ ਮਨ ਦੀ ਮੈਲ ਲੈ ਗਈ, ਪਰ ਉੱਥੇ ਕੋਈ ਮਾੜਾ ਕੰਮ ਕਰ ਲਿਆ, 2 ਹਿੱਸੇ ਚੜ੍ਹ ਗਈ ਅਤੇ ਘਟਿਆ ਗਈ, ਉਹਨਾਂ ਦਾ ਘਰ ਹੀ ਬੈਠੇ ਰਹਿੰਦੇ। ਧਾਰਮਿਕ ਸਥਾਨ 'ਤੇ ਤਾਂ ਹੀ ਜਾਣ ਦਾ ਫਾਇਦਾ ਜੇ ਅਸੀਂ ਕੋਈ ਬੁਰਾਈ ਉੱਥੇ ਛੱਡ ਕੇ ਆਉਣੀ ਹੈ। ਜੇ ਉੱਥੋਂ ਕੋਈ ਹੋਰ ਬੁਰਾਈ ਲੈ ਆਏ ਹਾਂ ਤਾਂ ਫਿਰ ਤਾਂ ਸਗੋਂ ਘਾਟੇ ਬੰਦਾ ਸੌਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾਓ। ਇੱਕ ਸੈਕਿੰਡ, ਇੱਕ ਪਲ ਲਈ ਵੀ ਜੇ ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਗਿਆ ਨਾ, ਸਮਝੋ ਤੁਸੀਂ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਮਨਮੁਖ ਕਰਮ ਕਰੇ ਅਹੰਕਾਰੀ, ਸੱਚੇ ਮੈਲ ਨਾ ਲੱਗੀ, ਮਲ ਲਾਗੈ ਦੂਜੈ ਭਏ।
ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ ਉਹਦੇ ਮਨ ਨੂੰ ਮੈਲ ਨਹੀਂ ਲੱਗਦੀ। ਮਨ ਨੂੰ ਮੈਲ ਕਦੋਂ ਲੱਗਦੀ ਹੈ? ਮਨ ਲੱਗੇ ਦੂਜੇ ਪਾਏ। ਦੂਜੇ ਪਾਏ ਦਾ ਮਾਇਆ ਨਾਲ ਪਿਆਰ। ਜਦੋਂ ਮਨੁੱਖ ਦਾ ਮਾਇਆ ਨਾਲ ਪਿਆਰ ਹੋਵੇਗਾ ਫਿਰ ਇਸ ਦਾ ਮਨ ਮੈਲਾ ਹੋਵੇਗਾ। ਜਦੋਂ ਮਾਇਆ ਨਾਲ ਪਿਆਰ ਹੋਏਗਾ ਤੇ ਮਾਇਆ ਦੀ ਖਾਤਰ ਗਲਤ ਕੰਮ ਕਰੇਗਾ। ਸਾਨੂੰ ਮਾਇਆ ਕਮਾਉਣ ਦਾ ਤੇ ਹੁਕਮ ਹੈ ਗੁਰੂ ਨਾਨਕ ਦੇਵ ਜੀ ਦਾ, ਪਰ ਉਹਨੂੰ ਮੋਹ ਕਰਨ ਦਾ ਹੁਕਮ ਨਹੀਂ ਹੈ। ਇਹ ਸਿੱਖ ਮਾਇਆ ਕਮਾਏਗਾ ਪਰ ਮਾਇਆ ਨੂੰ ਮੋਹ ਨਹੀਂ ਕਰੇਗਾ, ਇਹਦਾ ਲਾਲਚ ਨਹੀਂ ਕਰੇਗਾ। ਜੇ ਲਾਲਚ ਕਰੇਗਾ ਫਿਰ ਗਲਤ ਢੰਗ ਵਰਤੇਗਾ ਧਨ ਕਮਾਉਣ ਲਈ। ਜਿਵੇਂ ਚੋਰ ਨੇ, ਡਾਕੂ ਨੇ, ਲੁਟੇਰੇ ਨੇ, ਮਿਲਾਵਟਖੋਰ ਨੇ, ਧੋਖਾਧੜੀ ਕਰਨ ਵਾਲੇ ਨੇ, ਰਿਸ਼ਵਤਖੋਰ ਨੇ, ਇਹ ਸਭ ਮਾਇਆ ਦੀ ਖਾਤਰ। ਇਹਨਾਂ ਦਾ ਮਾਇਆ ਨਾਲ ਮੋਹ ਹੈ ਵੀ ਵੱਧ ਤੋਂ ਵੱਧ ਮਾਇਆ ਹੋਵੇ। ਜਿੱਥੇ ਇਹੋ ਜਿਹੀ ਬਿਰਤੀ ਹੋਵੇ ਫਿਰ ਦੂਜੇ ਲੋਕ ਉੱਥੇ ਗਰੀਬ ਹੋਈ ਜਾਂਦੇ ਨੇ, ਅਮੀਰ ਹੋਰ ਅਮੀਰ ਹੋਈ ਜਾਂਦਾ, ਗਰੀਬ ਹੋਰ ਗਰੀਬ ਹੋਈ ਜਾਂਦਾ। ਅੱਜ ਜਿਉਂ-ਜਿਉਂ ਹਿੰਦੁਸਤਾਨ ਦੇ ਵਿੱਚ ਪ੍ਰਾਈਵੇਟ ਨੌਕਰੀਆਂ ਹੋ ਜਾਣਗੀਆਂ ਤਿਉਂ-ਤਿਉਂ ਅਸੀਂ ਗਰੀਬ ਹੁੰਦੇ ਜਾਵਾਂਗੇ। ਉਹਨਾਂ ਨੇ ਕੰਮ ਸਾਡੇ ਤੋਂ 12-12 ਘੰਟੇ ਲੈਣਾ ਅਤੇ ਤਨਖਾਹ ਥੋੜ੍ਹੀ ਦੇਣੀ। ਬਾਹਰਲੇ ਦੇਸ਼ਾਂ 'ਚ ਆਹੀ ਸਿਆਪਾ ਹੈ, ਉੱਥੇ ਸਾਰਾ ਹੀ ਪ੍ਰਾਈਵੇਟ ਹੈ, ਜਿਵੇਂ ਅਮਰੀਕਾ ਹੈ। ਇਸ ਲਈ ਉੱਥੇ ਤਨਖਾਹਾਂ ਥੋੜ੍ਹੀਆਂ ਨੇ। ਤਨਖਾਹਾਂ ਥੋੜ੍ਹੀਆਂ ਹੋਣ ਕਰਕੇ ਉੱਥੇ ਸਾਰਿਆਂ ਨੂੰ ਕੰਮ ਕਰਨਾ ਪੈਂਦਾ। ਹਿੰਦੁਸਤਾਨ ਦੇ ਵਿੱਚ ਤਨਖਾਹਾਂ ਬਹੁਤ ਨੇ ਸਰਕਾਰੀ ਬੰਦਿਆਂ ਦੀਆਂ, ਇਸ ਲਈ ਇੱਕ ਕਮਾਉਂਦਾ ਅਤੇ 4 ਖਾਂਦੇ ਨੇ। ਬਾਹਰਲੇ ਮੁਲਕਾਂ ਤਨਖਾਹਾਂ ਬਹੁਤ ਘੱਟ ਨੇ, ਇੱਕ ਬੰਦੇ ਦੀ ਤਨਖਾਹ ਨਾਲ ਟੱਬਰ ਨਹੀਂ ਪਲਦਾ, ਇਸ ਲਈ ਉੱਥੇ ਸਾਰਿਆਂ ਨੂੰ ਕੰਮ ਕਰਨਾ ਪੈਂਦਾ। ਆ ਜਿਉਂ-ਜਿਉਂ ਸਾਡੇ ਪ੍ਰਾਈਵੇਟ ਹੋ ਜਾਏਗਾ ਆਹੀ ਹਾਲ ਹੋ ਗਿਆ। 8,000 ਲੈਣਾ, 10,000 ਲੈਣਾ, 5,000 ਲੈਣਾ। ਆਬਾਦੀ ਜ਼ਿਆਦਾ ਹੋਣ ਕਰਕੇ ਹਲਕਾ ਜੀ 5 ਹੀ ਦੇ ਦਿਓ। ਹੁਣ ਦੇਖੋ, ਭਈਆਂ ਨੂੰ ਪਤਾ ਹੈ ਵੀ ਸਿੱਖ ਕੌਮ ਕੰਮ ਨਹੀਂ ਕਰਦੀ, ਇਸ ਲਈ ਉਹਨਾਂ ਨੇ ਰੇਟ ਵਧਾਤਾ ਇੱਥੇ ਪੰਜਾਬ 'ਚ। ਇਹੀ ਭਈਆ ਯੂਪੀ 'ਚ 200 ਰੁਪਏ ਦਿਹਾੜੀ ਹੈ, ਪਿੰਡ 'ਚ, ਸ਼ਹਿਰ 'ਚ 300 ਹੈ। ਇੱਥੇ ਉਸੇ ਭਈਏ ਨੂੰ 500 ਰੁਪਈਆ ਮਿਲਦਾ। ਕਿਉਂ? ਕਿਉਂਕਿ ਅਸੀਂ ਕੰਮ ਨਹੀਂ ਕਰਦੇ ਅਤੇ ਉਹਨਾਂ ਨੂੰ ਪਤਾ ਅਸੀਂ ਕਰਨਾ, ਇਸ ਲਈ ਰੇਟ ਵਧਾ ਦਿੰਦੇ ਨੇ। ਜਿੰਨਾ ਵੀ ਇਹ ਪਲੰਬਰੀ ਦਾ ਕੰਮ ਹੈ 99% ਭਈਏ ਨੇ, ਇਸ ਲਈ ਮਨ ਮਰਜ਼ੀ ਦੇ ਪੈਸੇ ਲੈਂਦੇ। ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਤਾਂ ਕੱਖ ਆਉਂਦਾ ਨਹੀਂ ਹੈ, ਇਹ ਤਾਂ ਵੀ ਫੁਕਰੇ ਨੇ, ਬਾ ਫਿਰਨ ਵਾਲੇ ਨੇ, ਕੰਮ ਇਹਨਾਂ ਨੂੰ ਕੋਈ ਨਹੀਂ ਆਉਂਦਾ, ਨਾ ਇਹ ਕਰਨਾ ਚਾਹੁੰਦੇ ਨੇ, ਇਸ ਲਈ ਕਰ। ਜਿਉਂ-ਜਿਉਂ ਪ੍ਰਾਈਵੇਟ ਹੁੰਦਾ ਜਾਏਗਾ ਤਿਉਂ-ਤਿਉਂ ਗਰੀਬੀ ਵੱਧਦੀ ਜਾਵੇਗੀ। ਕੁਝ ਲੋਕ ਅਮੀਰ ਹੋਈ ਜਾਣਗੇ, ਬਾਕੀ ਗਰੀਬ ਹੁੰਦੇ ਜਾਣਗੇ। ਆਹ 10 ਸਾਲਾਂ ਤੁਸੀਂ ਦੇਖਿਓ, ਅੱਜ ਦੇ ਬੱਚੇ ਜਿਹੜੇ ਨੌਕਰੀ ਕਰਦੇ, ਚਾਹੇ ਸਰਕਾਰੀ ਕਰਦੇ ਨੇ, ਉਹਨਾਂ ਦੀ ਪੈਨਸ਼ਨ ਨਹੀਂ ਹੈ। ਜਦੋਂ ਇਹ ਰਿਟਾਇਰ ਹੋਏ ਨਾ 5-7 ਸਾਲਾਂ ਬਾਅਦ ਆਤਮ ਹੱਤਿਆ ਕਰ ਲਿਆ ਕਰਨ। ਕਿਉਂ? ਕਿੰਨੇ ਕੁ ਪੈਸੇ ਕੋਈ ਇਕੱਠੇ ਕਰ ਸਕਦਾ? ਪਰਿਵਾਰ ਵੀ ਪਾਲਣਾ, ਬਾਲ ਬੱਚੇ ਵਿਆਹੁਣੇ ਵੀ ਨੇ, ਮਕਾਨ ਵੀ ਬਣਾਉਣਾ, ਪੈਸਾ ਦੇ ਕੋਲ ਹੋਣਾ ਕੋਈ ਨਹੀਂ, ਅਤੇ ਫਿਰ ਮਰਨਾ ਹੀ। ਹੋਰ ਕੀ, ਫਿਰ ਆਤਮ ਹੱਤਿਆ ਹੀ ਕਰੇਗਾ। ਫਿਰ ਭਾਖੜਾ ਨਹਿਰ ਦੀ ਕੀਮਤ ਦਾ ਪਤਾ ਲੱਗੇ, ਕਿਉਂ ਪੱਕੀ ਬਣਾਈ ਹੈ ਵੀ ਜੇ ਛਾਲ ਮਾਰਾਂਗੇ ਹੱਥ ਵੀ ਕਿਤੇ ਨਹੀਂ ਪੈਣਾ। ਤੁਸੀਂ ਦੇਖਦੇ ਚੱਲੋ, ਹੁਣੇ ਹੱਤਿਆਵਾਂ ਬਹੁਤ ਹੋ ਰਹੀਆਂ ਨੇ। ਆਹ ਫਲਾਣਾ ਜੱਟ ਮਰ ਗਿਆ, ਭੁੱਖ ਨਾਲ ਫਲਾਣਾ ਕਰਜ਼ੇ ਨਾਲ ਮਰ ਗਿਆ, ਫਲਾਣਾ ਮਰ ਗਿਆ। ਫਿਰ ਆਹ ਵੀ ਕਰਮਚਾਰੀ ਮਰ ਗਿਆ, ਰਿਟਾਇਰ ਹੋਇਆ ਸੀ, ਆਹ ਵੀ ਮਰ ਗਿਆ, ਆਹ ਵੀ ਮਰ ਗਿਆ। ਕਿਉਂ ਮਰ ਗਿਆ? ਪੈਸੇ ਕੋਲ ਕੋਈ ਨਹੀਂ, ਜਵਾਕ ਸਾਂਭਦੇ ਨਹੀਂ, ਸਰਕਾਰ ਸਾਂਭਦੀ ਨਹੀਂ। ਉੱਥੇ ਤਾਂ ਸਰਕਾਰ ਸਾਂਭਦੀ ਹੈ ਪਰ ਬੁੱਢਿਆਂ ਨੂੰ, ਇੱਥੇ ਕਿਸੇ ਨੇ ਨਹੀਂ ਸਾਂਭਣਾ। ਅਤੇ ਬਸ ਫਿਰ ਹੋ ਸਕਦਾ ਮੈਂ ਵੀ ਹੁਣ ਤੱਕ ਮਰ ਗਿਆ ਹੁੰਦਾ ਜੇ ਪੈਨਸ਼ਨ ਨਾ ਹੁੰਦੀ। ਮੈਂ ਸੋਚਦੀ 21 ਸਾਲ ਹੋ ਗਏ ਰਿਟਾਇਰ ਹੋਏ ਹਾਂ, ਕਿੰਨੇ ਕੁ ਮੈਂ ਪੈਸੇ ਇਕੱਠੇ ਕਰ ਸਕਦਾ ਸੀ ਵੀ ਇੰਨੇ, ਅਜੇ ਪਤਾ ਨਹੀਂ ਕਿੰਨੇ ਸਾਲ ਹੋਰ ਜਿਉਣਾ, ਅਜੇ ਕੀ ਪਤਾ।
ਇੰਨੇ ਬੰਦਾ ਕਿੰਨੇ ਕੁ ਇਕੱਠੇ ਕਰ ਲੇਗਾ ਅਗਰ ਉਹਨੂੰ ਕੋਈ ਹੋਰ ਸਾਧਨ ਨਹੀਂ ਆਮਦਨ ਦਾ। ਚਲੋ ਜੇ ਕੋਈ ਜ਼ਮੀਨ ਜਾਇਦਾਦ ਹੈ ਜਾਂ ਹੋਰ ਕੋਈ ਸਾਧਨ ਹੈ ਉਹਦੀ ਗੱਲ ਵੱਖਰੀ ਹੈ, ਨਹੀਂ ਤਾਂ ਕਿੰਨੇ ਕੁ ਬੰਦੇ ਪੈਸੇ ਇਕੱਠੇ ਕਰ ਸਕਦਾ ਵੀ ਜਿਹੜਾ 25-30 ਸਾਲ ਤੱਕ ਬੈਠਾ ਖਾਈ ਜਾਵੇ। ਇਸ ਲਈ ਬਹੁਤ ਭੈੜਾ ਸਮਾਂ ਆ ਰਿਹਾ ਹੈ। ਜਿਉਂ-ਜਿਉਂ ਪ੍ਰਾਈਵੇਟ ਹੋਏਗਾ ਤਿਉਂ-ਤਿਉਂ ਅਸੀਂ ਗਰੀਬ ਹੁੰਦੇ ਜਾਵਾਂਗੇ। ਜਿਹੜੇ ਅਮੀਰ ਨੇ ਹੋਰ ਅਮੀਰ ਹੁੰਦੇ, ਕਿਉਂ? ਉਹਨਾਂ ਬਿਜ਼ਨਸ ਕਰਨਾ, ਉਹਨਾਂ ਕੇ 5000 ਲੈਣਾ ਅਤੇ ਗਰੀਬੀ ਇੰਨੀ ਵਾਲੇ 5000 'ਤੇ ਹੀ ਲੱਗ ਜਾਣਾ। ਉਹਨਾਂ ਨੂੰ ਫਿਰ ਕੀ ਲੋੜ ਹੈ? ਆਹ ਲਕਸ਼ਮੀ ਹੈਗਾ ਕਾਲਜ, ਡੈਂਟਲ ਕਾਲਜ, ਉੱਥੇ ਚੇਅਰਮੈਨ ਮੈਨੂੰ ਚੰਗੀ ਤਰ੍ਹਾਂ ਜਾਣਦਾ। ਮੈਂ ਬੈਠ ਗਿਆ ਉਹਨਾਂ ਕੋਲ, ਮੈਂ ਜੀ ਤੁਸੀਂ 3600 ਰੁਪਈਆ ਡਾਕਟਰ ਨੂੰ ਤਨਖਾਹ ਦਿੰਦੇ ਹੋ, ਇਹ ਵੀ ਕੋਈ ਤਨਖਾਹ ਹੈ? ਕਹਿੰਦੇ ਬਾਬਾ ਜੀ ਸਾਨੂੰ 3600 'ਤੇ ਮਿਲਦਾ, ਅਸੀਂ 3700 ਕਿਉਂ ਦਈਏ? ਬਾਣੀ ਹੈ ਨਾ। ਕਹਿੰਦੇ ਬਾਬਾ ਜੀ ਜਦੋਂ ਸਾਨੂੰ 3600 'ਤੇ ਮਿਲਦਾ ਹੈ ਅਸੀਂ 3700 ਕਿਉਂ ਦਈਏ? ਮੈਂ ਗੱਲ ਵੀ ਠੀਕ ਹੈ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਜਿਸ ਬੰਦੇ ਨੇ ਲੱਖਾਂ ਰੁਪਈਏ ਲਾ ਕੇ ਡਾਕਟਰੀ ਕੀਤੀ, ਉਹ ਪੰਜਾਬੀ ਦੀ ਕਹਾਵਤ ਹੈ ਕੀ ਗੰਜੀ ਨਹਾਏਗੀ ਅਤੇ ਕੀ ਨਿਚੋੜੇਗੀ। 3600 ਰੁਪਏ 'ਚ ਕੀ ਬਣਦਾ? ਇਹਨਾਂ ਦਾ ਕਿਰਾਇਆ ਹੀ ਲੱਗਦਾ ਆਉਣ ਜਾਣ 'ਤੇ। ਸਿਰਫ ਇਹਨਾਂ ਵਿਚਾਰੇ ਲੱਗੇ ਹੋਏ ਨੇ। ਮੈਂ ਉਹਨਾਂ ਨੂੰ ਪੁੱਛਿਆ ਤੁਸੀਂ 3600 'ਤੇ ਕਿਉਂ ਲੱਗੇ ਹੋਏ ਹੋ? ਕਹਿੰਦੇ ਬਾਬਾ ਜੀ ਐਕਸਪੀਰੀਅੰਸ ਅਸੀਂ ਭਾਲਦੇ ਹਾਂ, ਚਲੋ 1 ਸਾਲ ਦਾ ਸਾਨੂੰ ਐਕਸਪੀਰੀਅੰਸ ਹੋ ਜਾਏਗਾ, ਫਿਰ ਕਿਤੇ ਥੋੜ੍ਹੇ ਵੱਧ 'ਤੇ ਵੀ ਲੱਗ ਜਾਗੇ। ਇਸ ਤਰ੍ਹਾਂ ਸੋ ਮੈਂ ਬੜਾ ਹੋਇਆ ਮੈਨੂੰ, ਯਾਰ ਡਾਕਟਰ ਬਣਨਾ ਕਿਹੜਾ ਕੋਈ ਆਸਾਨ ਹੈ? ਕਿੰਨੇ ਪੈਸੇ ਲੱਗਦੇ ਨੇ ਅਤੇ ਮਗਰੋਂ ਤਨਖਾਹ ਮਿਲ ਰਹੀ 3600 ਰੁਪਏ। ਚਲੋ ਦੇਖੋ ਕਿਆ ਦੇਖ ਮਰਦਾਨਿਆਂ ਰੰਗ ਕਰਤਾਰ ਦੇ, ਤਾਂ ਹੀ ਗੁਰੂ ਮਹਾਰਾਜ ਕੀਰਤੇ ਆਹੀ ਕਹਿੰਦੇ। ਸੋ ਗੁਰੂ ਮਹਾਰਾਜ ਨੇ ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਜਿਹੜਾ ਮਨਮੁਖ ਹੈ ਉਹ ਤਾਂ ਹੋ ਗਿਆ ਸੱਚੇ ਮੈਲ ਨਾਲ। ਪਰਮਾਤਮਾ ਦੇ ਨਾਮ ਨੂੰ ਮੈਲ ਨਹੀਂ ਲੱਗਦੀ। ਮਨ ਲੱਗ ਗਿਆ ਦੂਜੇ ਪਾਏ, ਦੂਜੇ ਪਾਏ ਤੋਂ ਚੱਲੀ ਸੀ ਗੱਲ ਮਾਇਆ। ਜਦੋਂ ਸਾਡਾ ਮਾਇਆ ਨਾਲ ਪਿਆਰ ਹੋਵੇਗਾ ਫਿਰ ਮਨ ਨੂੰ ਮੈਲ ਲੱਗਦੀ ਹੈ, ਕਿਉਂਕਿ ਮਨੁੱਖ ਫਿਰ ਗਲਤ ਤਰੀਕੇ ਨਾਲ ਮਾਇਆ ਕਮਾਉਣੀ ਸ਼ੁਰੂ ਕਰ ਦਿੰਦਾ। ਇਹ ਫਿਰ ਮਨ ਨੂੰ ਜਿਹੜੀ ਲੱਗੀ ਮੈਲ ਹੈ, ਧੋਤੀ ਮੂਲਾਂ ਉਤਰੇ ਬਾਹਰੋਂ ਨਹਾਉਣ ਨਾਲ ਨਹੀਂ ਲੈਂਦੀ। ਜੇ 68 ਤੀਰਥ ਨਹਾਏ, ਭਾਵੇਂ 68 ਤੀਰਥਾਂ ਜਾ ਕੇ ਨਹਾ ਲਓ, ਮਨ ਦੀ ਮੈਲ ਨਹੀਂ ਲੈਂਦੀ। ਮਨਮੁਖ ਕਰਮ ਕਰੇ ਅਹੰਕਾਰੀ। ਜਿਹੜਾ ਮਨਮੁਖ ਹੈ ਹੰਕਾਰ ਚੱਕ ਕੇ ਕਰਮ ਕਰਦਾ। ਜੋ ਧਾਰਮਿਕ ਕਰਮ ਕਰਦੇ ਤਾਂ ਵੀ ਉਹਦੇ ਮਗਰ ਹੰਕਾਰ ਹੁੰਦਾ। ਲੈ ਮੈਂ ਕੋਈ ਘੱਟ ਹਾਂ, ਮੈਂ ਅਖੰਡ ਪਾਠ ਰਖਾ ਲੈਂਦਾ, ਮੈਂ ਕੋਈ ਘੱਟ ਹਾਂ, ਮੈਂ ਆਹ ਕਰ ਲੈਂਦਾ। ਇਸ ਲਈ ਉਹ ਫਿਰ ਫਲ ਨਹੀਂ ਮਿਲਦਾ ਹੰਕਾਰ ਚੱਕ ਕੇ। ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਉਹ ਜੋ ਵੀ ਕਰਮ ਕਰਦੇ ਉਹਦਾ ਨਤੀਜਾ ਦੁੱਖ ਹੀ ਦੁੱਖ ਨਿਕਲਦਾ ਹੈ। ਨਾਨਕ ਮੈਲਾ ਉਜਲ ਤਾਂ ਥੀਐ। ਮਨ ਮੈਲਾ ਪਵਿੱਤ ਸਾਫ ਤਾਂ ਹੁੰਦਾ। ਉਜਲ ਮਨ ਸਾਫ, ਮੈਲਾ ਮਨ ਸਾਫ ਤਾਂ ਹੁੰਦਾ ਜਾਂ ਸਤਿਗੁਰ ਮਾਹੇ ਸਮਾਏ। ਜਦੋਂ ਮਨੁੱਖ ਦਾ ਮਨ ਹੈ ਗੁਰੂ ਦੇ ਸੁਭਾਅ ਅਨੁਸਾਰ ਹੋ ਗਿਆ, ਵਿਚਾਰਾਂ ਅਨੁਸਾਰ ਹੋ ਗਿਆ। ਜਦੋਂ ਅਸੀਂ ਗੁਰੂ ਦੇ ਵਿੱਚ ਸਮਾ ਗਏ। ਗੁਰੂ ਦੇ ਵਿੱਚ ਕਦੋਂ ਮਨੁੱਖ ਸਮਾਉਂਦਾ? ਜਦੋਂ ਉਹਦਾ ਸੁਭਾਅ ਗੁਰੂ ਵਰਗਾ ਹੋ ਜਾਏ। ਜਦੋਂ ਸਾਡਾ ਸੁਭਾਅ ਪਰਮਾਤਮਾ ਵਰਗਾ ਹੋ ਗਿਆ, ਫਿਰ ਅਸੀਂ ਪਰਮਾਤਮਾ 'ਚ ਲੀਨ ਹੋ ਜਾਵਾਂਗੇ। ਉਹਨਾਂ ਚਿਰ ਨਹੀਂ ਹੁੰਦੇ। ਇਸ ਤਰ੍ਹਾਂ ਜਦੋਂ ਸਾਡਾ ਸੁਭਾਅ ਗੁਰੂ ਮਹਾਰਾਜ ਅਨੁਸਾਰ ਹੋ ਗਿਆ, ਫਿਰ ਸਾਡਾ ਗੁਰੂ ਦੇ ਨਾਲ ਮੇਲ ਹੋ ਜਾਏਗਾ। ਅੱਗੇ ਕਹਿੰਦੇ ਮਹਿਲਾ ਤੀਜਾ, ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ। ਮਨਮੁਖ ਰਲਾਇਆ ਨਾ ਰਲੈ, ਪਏ ਕਿਰਤ ਫਿਰਾਏ। ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ।
ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ, ਮਨ ਜੋ ਇੱਛੇ ਸੋ ਲਹੈ, ਸੱਚੇ ਸ਼ਬਦ ਸੁਭਾਏ, ਅੰਮ੍ਰਿਤ ਨਾਮ ਸਦ ਪੁੰਚੀਐ, ਗੁਰਮੁਖ ਕਾਰ ਕਮਾਏ, ਵੇਨ ਮਨੈ ਜੇ ਹੋਰੀ ਨਾਲ ਲੁਝਣ, ਜਸੀ ਜਨਮ ਗਵਾਏ, ਮਨ ਮੁਖੀ ਮਨ ਹਠ ਹਾਰਿਆ, ਕੂੜ ਕੁਸਤ ਕਮਾਏ, ਗੁਰ ਪ੍ਰਸਾਦੀ ਮਨ ਜਿਣੇ, ਹਰ ਸੇਤੀ ਲਿਵ ਲਾਏ, ਨਾਨਕ ਗੁਰਮੁਖ ਸੱਚ ਕਮਾਵੈ, ਮਨਮੁਖ ਆਵੈ ਜਾਏ। ਤੀਸਰੇ ਪਾਸ਼ੇ ਦੇ ਮਨਮੁਖ ਲੋਕ ਸਮਝਾਈਏ। ਮਨਮੁਖ ਨੂੰ ਤੁਸੀਂ ਜਿੰਨਾ ਮਰਜ਼ੀ ਸਮਝਾ ਲਓ, ਕਦੋਂ ਸਮਝਾਇਆ ਜਾਏ? ਉਹਨੂੰ ਕਦੇ ਵੀ ਨਹੀਂ ਸਮਝਾਇਆ ਜਾ ਸਕਦਾ, ਉਹ ਸਮਝਦੇ ਹੀ ਨਹੀਂ ਹੈ, ਕਿਉਂਕਿ ਮਨਮੁਖ ਹੈ, ਮਨ ਮਰਜ਼ੀ ਕਰਨ ਵਾਲਾ ਹੈ। ਇਸ ਲਈ ਉਹਨੂੰ ਸਮਝਾਉਣ 'ਤੇ ਵੀ ਉਹ ਨਹੀਂ ਸਮਝਦਾ। ਮਨਮੁਖ ਰਲਾਇਆ ਨਾ ਰਲੈ, ਪੈ ਕਿਰਤ ਫਰਾਏ। ਕਿਰਤ ਹੁੰਦਾ ਕੀਤੇ ਹੋਏ ਕੰਮ, ਪਿੱਛੇ ਜਨਮ ਦੇ ਕੀਤੇ ਹੋਏ ਕਰਮਾਂ ਕਾਰਨ ਉਹ ਕਹਿੰਦੇ ਭਟਕਦਾ ਰਹਿੰਦਾ ਫਿਰਾਏ, ਅਤੇ ਮਨਮੁਖ ਗੁਰਮੁਖਾਂ 'ਚ ਰਲਾਇਆ ਨਹੀਂ ਰਲਦਾ ਹੈਗਾ, ਨਹੀਂ ਰਲਦਾ। ਬਗਲੇ ਨੂੰ ਹੰਸਾਂ 'ਚ ਰਲਾ ਦਿਓ, ਦੇਖਣ ਨੂੰ ਦੋਨੋਂ ਚਿੱਟੇ ਨੇ, ਪਰ ਕੁਝ ਸਮੇਂ ਬਾਅਦ ਹੰਸਾਂ ਨੂੰ ਪਤਾ ਲੱਗ ਜਾਏਗਾ ਇਹ ਹੰਸ ਨਹੀਂ, ਇਹ ਬਗਲਾ ਹੈ, ਉਹਦੀ ਸੰਗਤ ਛੱਡ ਦੇਵੇਗਾ। ਇਸ ਤਰ੍ਹਾਂ ਜਿਹੜਾ ਮਨਮੁਖ ਹੈ ਨਾ, ਇਹ ਕਿਸੇ ਨਾਲ ਰਲਾਇਆ ਰਲਦਾ ਨਹੀਂ ਹੈਗਾ। ਕਿਉਂ? ਇਹਨੇ ਪਿਛਲੇ ਜਨਮਾਂ ਦੇ ਵਿੱਚ ਕਰਮ ਹੀ ਐਸੇ ਕੀਤੇ ਸਨ, ਇਸ ਕਰਕੇ ਇਹ ਜੂਨਾਂ 'ਚ ਭਟਕਦਾ ਰਹਿੰਦਾ। ਲਿਵ ਧਾਤ ਦੋਏ ਰਾਹ ਹੈ, ਦੋ ਹੀ ਰਾਹ ਨੇ, ਇੱਕ ਲਿਵ ਸਿਮਰਨ ਦਾ, ਦੂਜਾ ਧਾਤ ਮਾਇਆ ਦਾ। ਦੋ ਰਾਹ ਨੇ, ਜਾਂ ਤੇ ਭਜਨ ਬੰਦਗੀ ਵਾਲੇ ਪਾਸੇ ਲੱਗ ਜਾਓ, ਜਾਂ ਫਿਰ ਮਾਇਆ ਕਮਾਉਣ 'ਤੇ ਲੱਗ ਜਾਓ। ਹੁਕਮੀ ਕਾਰ ਕਮਾਏ, ਪਰ ਰਾਹ ਤੇ ਦੋ ਨੇ, ਪਰ ਪਰਮਾਤਮਾ ਦੇ ਹੁਕਮ ਅਨੁਸਾਰ ਜੀਵ ਕਰਮ ਕਰਦਾ ਹੈ। ਕਿਸੇ ਨੂੰ ਪਰਮਾਤਮਾ ਨੇ ਲੈ ਵਾਲੇ ਪਾਸੇ ਲਾਤਾ, ਕਿਸੇ ਨੂੰ ਧਾਤ ਵਾਲੇ ਪਾਸੇ ਲਾ ਦਿੱਤਾ ਹੈ। ਜਿਤ ਜਿਤ ਲਾਵੋ ਤਿਤ ਤਿਤ ਲਗਨਾ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਗੁਰਮੁਖ ਜਿਹੜਾ ਹੈ ਪਰਮਾਤਮਾ ਦੇ ਨਾਮ ਸ਼ਬਦ 'ਤੇ ਉਹਨੂੰ ਕਸਵੱਟੀ ਬਣਾ ਕੇ ਆਪਣੇ ਮਨ ਨੂੰ ਮਾਰ ਲੈਂਦਾ ਹੈ, ਗੁਰਬਾਣੀ ਨੂੰ ਕਸਵੱਟੀ ਬਣਾ ਲੈਂਦਾ ਹੈ। ਫਿਰ ਜੋ ਖਿਆਲ ਉਹਨੂੰ ਆ ਰਿਹਾ ਹੈ, ਫਿਰ ਉਹ ਦੇਖਦਾ ਕਿ ਜਿਹੜਾ ਮੈਨੂੰ ਖਿਆਲ ਆ ਰਿਹਾ ਹੈ, ਕੀ ਇਹ ਗੁਰਬਾਣੀ ਅਨੁਸਾਰ ਹੈ? ਜੇ ਨਹੀਂ ਹੈ ਤਾਂ ਉਸ ਖਿਆਲ ਨੂੰ ਇੱਕਦਮ ਛੱਡ ਦਿੰਦਾ, ਆਪਣਾ ਧਿਆਨ ਵਾਹਿਗੁਰੂ ਵਾਹਿਗੁਰੂ ਕਰਨ 'ਤੇ ਲੱਗ ਜਾਂਦਾ, ਉਹ ਖਿਆਲ ਛੁੱਟ ਜਾਂਦਾ। ਉਹ ਕਸਵੱਟੀ ਸ਼ਬਦ ਨੂੰ ਬਣਾਉਂਦਾ ਹੈ, ਬਾਣੀ ਨੂੰ ਬਣਾਉਂਦਾ ਹੈ। ਅਸੀਂ ਕਿਸੇ ਨੂੰ ਆਪਣੇ ਤਰੀਕੇ ਨਾਲ ਨਹੀਂ ਪਰਖਣਾ। ਸ਼ਰਾਬ ਪੀਣ ਵਾਲਾ ਜੇ ਉਹ ਪਰਖਣ ਲੱਗ ਜੇ, ਵੈਸ਼ ਨੂੰ ਚੰਗਾ ਨਹੀਂ ਸਮਝਦਾ। ਉਹਦੀ ਕਸਵੱਟੀ ਆਪਣਾ ਮਨ ਹੈ, ਪੀਣ ਵਾਲੇ ਨੂੰ ਪੀਣ ਵਾਲੇ ਚੰਗੇ ਲੱਗਦੇ। ਪਰ ਜਦੋਂ ਉਹ ਗੁਰਬਾਣੀ ਦੀ ਕਸਵੱਟੀ 'ਤੇ ਦੇਖੇਗਾ ਤਾਂ ਫਿਰ ਉਹ ਕਹੇਗਾ ਵੀ ਨਹੀਂ ਭਾਈ, ਇਹ ਠੀਕ ਨਹੀਂ। ਜਦੋਂ ਅਸੀਂ ਆਪਣੇ ਕਰਮਾਂ ਨੂੰ ਗੁਰਬਾਣੀ ਨੂੰ ਕਸਵੱਟੀ ਬਣਾ ਕੇ ਉਸ 'ਤੇ ਪਰਖਣ ਲੱਗਾਂਗੇ ਤਾਂ ਕਿੰਨੇ ਹੀ ਸਾਡੇ ਕਰਮ ਹੋਣਗੇ ਜਿਹੜੇ ਸਟੈਂਡਰਡ 'ਤੇ ਪੂਰੇ ਉਤਰ ਨਹੀਂ ਬਦਲਦੇ। ਜਦੋਂ ਇਸ ਤਰ੍ਹਾਂ ਵਿਚਾਰ ਲਿਆ ਹੀ ਜਾਏਗਾ ਬੰਦਾ, ਹੌਲੀ ਹੌਲੀ ਮਾੜੇ ਕਰਮਾਂ ਨੂੰ ਛੱਡੀ ਜਾਏਗਾ, ਇੱਕ ਦਿਨ ਉਹਦਾ ਹਿਰਦਾ ਸ਼ੁੱਧ ਹੋ ਜਾਏਗਾ। ਫਿਰ ਤਾਂ ਕਹਿੰਦੇ ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾ। ਜਿਹੜਾ ਗੁਰਮੁਖ ਹੈ ਸ਼ਬਦ ਨੂੰ ਕਸਵੱਟੀ ਬਣਾ ਕੇ ਆਪਣੇ ਮਨ ਨੂੰ ਮਾਰ ਲੈਂਦਾ। ਮਨ ਮਾਰਨ ਦਾ ਮਤਲਬ ਹੈ ਮਨ ਮਰਜ਼ੀ ਛੱਡ ਦਿੰਦਾ ਹੈ। ਹੋਰ ਜਿਵੇਂ ਆਪਾਂ ਕੋਈ ਬੰਦਾ ਮਾਰ ਤਾਂ ਉਸ ਤੋਂ ਭਾਵ ਨਹੀਂ ਹੈ, ਮਨ ਨੂੰ ਮਾਰਨਾ ਹੈ ਕਿ ਮਨ ਮਰਜ਼ੀ ਛੱਡ ਦੇਣੀ ਹੈ, ਗੁਰੂ ਦੀ ਮਰਜ਼ੀ ਅਖਤਿਆਰ ਕਰ ਲੈਣੀ ਹੈ। ਬਾਕੀ ਵਿਚਾਰਾਂ ਅੱਛਾ ਉਹ ਮੈਂ 8 ਦੇ ਖਿਆਲ 'ਚ ਹੀ
ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਕਹਿ ਲੋਕਾਂ ਨਾਲ ਨਹੀਂ ਝਗੜਨਾ, ਝਗੜਾ ਕਰਨਾ ਮਨ ਨਾਲ ਕਰਨਾ, ਲੜਾਈ ਕਰਨੀ ਮਨ ਨਾਲ ਕਰਨੀ। ਮੈਂ ਕਈ ਵਾਰੀ ਬੈਠਾ ਸੋਚਦਾ ਵੀ ਇੱਕ ਚੋਰ ਹੈ, ਮਨ ਉਸ ਤੋਂ ਚੋਰੀ ਕਰਾਉਂਦਾ, ਪਰ ਕੁੱਟ ਸਰੀਰ ਨੂੰ ਪੈ ਰਹੀ ਹੈ। ਉਹ ਉਸੇ ਤਰ੍ਹਾਂ ਹੀ ਹੈ। ਆਪਾਂ ਚੌਲ ਜਦੋਂ ਛੱਡਦੇ ਹਾਂ ਉਖਲੀ ਜਿਹੇ ਰੱਖ ਕੇ, ਉੱਤੇ ਮੋਹਲੇ ਮਾਰਦੇ ਹਾਂ, ਪ੍ਰਾਪਤ ਕਰਨੇ ਚੌਲ, ਕੁੱਟ ਪੈ ਰਹੀ ਛਿੱਲੜ ਨੂੰ, ਕੁੱਟ ਪੈ ਰਹੀ ਛਿੱਲੜ ਨੂੰ, ਉਹਨੂੰ ਵਿਚਾਰੇ ਮੋਹ ਦੀ ਕੁੱਟ ਪੈ ਰਹੀ ਹੈ। ਐਂ ਹੀ ਹੈ, ਚੋਰੀ ਕਰਵਾਉਂਦਾ ਮਨ, ਕੁੱਟ ਪੈ ਰਹੀ ਸਰੀਰ ਨੂੰ, ਸਰੀਰ ਨੂੰ ਕੁੱਟ ਪੈ ਰਹੀ। ਕਿਉਂ ਸਰੀਰ ਨੂੰ ਕੁੱਟਦੇ ਨੇ? ਕਿਉਂਕਿ ਸਾਡਾ ਮਨ ਅਤੇ ਸਰੀਰ ਆਪਸ ਵਿੱਚ ਜੁੜੇ ਹੋਏ ਹਨ। ਜਦੋਂ ਸਰੀਰ ਨੂੰ ਕੁੱਟ ਪੈਂਦੀ ਸਾਡੇ ਮਨ ਨੂੰ ਤਕਲੀਫ ਹੁੰਦੀ ਹੈ, ਇਹ ਤਾਂ ਛੱਡੂਗਾ। ਜੇ ਕਿਤੇ ਮਨ ਅਤੇ ਸਰੀਰ ਅੱਡ ਅੱਡ ਹੋ ਜਾਣ, ਫਿਰ ਸਰੀਰ ਨੂੰ ਤੁਸੀਂ ਕੁੱਟੀ ਜਾਓ, ਵੱਢੀ ਜਾਓ, ਟੁੱਕੀ ਜਾਓ, ਜੋ ਮਰਜ਼ੀ ਕਰੋ, ਮਨ 'ਤੇ ਕੋਈ ਅਸਰ ਨਹੀਂ ਹੁੰਦਾ। ਉਹ ਕੋਈ ਦੁੱਖ ਮਹਿਸੂਸ ਨਹੀਂ ਕਰਦਾ। ਦੁੱਖ ਸੁੱਖ ਸਰੀਰ ਮਹਿਸੂਸ ਨਹੀਂ ਕਰਦਾ, ਮਨ ਮਹਿਸੂਸ ਕਰਦਾ। ਠੰਡ ਮਨ ਮਹਿਸੂਸ ਕਰਦਾ, ਸਰੀਰ ਨਹੀਂ ਮਹਿਸੂਸ ਕਰਦਾ। ਧਰਮ ਕਹਿੰਦਾ ਸਰੀਰ ਤੇ ਬੇਜਾਨ ਹੈ, ਇਹ ਤੇ ਮਨ ਕਰਕੇ ਜਾਣਦਾ ਰਹੇ। ਉਹਨੂੰ ਆਤਮਾ ਕਹਿ ਲਓ ਚਾਹੇ ਮਨ ਕਹਿ ਲਓ। ਜੇ ਮਨ ਸਰੀਰ ਦੇ ਨਾਲ ਜੁੜਿਆ ਹੋਇਆ ਹੈ ਤਾਂ ਸਰੀਰ ਨੂੰ ਜਦੋਂ ਦੁੱਖ ਹੋਏਗਾ ਮਨ ਨੂੰ ਵੀ ਦੁੱਖ ਹੋਏਗਾ, ਜਦੋਂ ਮਨ ਨੂੰ ਦੁੱਖ ਹੋਏਗਾ ਸਰੀਰ ਨੂੰ ਵੀ ਹੋਵੇਗਾ। ਆਪਾਂ ਚੰਗੇ ਭਲੇ ਬੈਠੇ ਗੱਲਾਂ ਕਰ ਰਹੇ, ਸਪੋਜ਼ ਕਰੋ ਇੱਕ ਬੰਦਾ ਦੂਜੇ ਦੇ ਆ ਕੇ ਕੰਨ 'ਚ ਕਹਿੰਦਾ ਵੀ ਤੇਰੀ ਮਾਂ ਮਰ ਗਈ ਆ। ਦੇਖੋ ਸੁਨੇਹਾ ਮਨ ਨੂੰ ਮਿਲਿਆ ਨਾ, ਪਰ ਸਰੀਰ ਉਸ ਵੇਲੇ ਨਿਡਾਲ ਹੋ ਜਾਏਗਾ। ਸਰੀਰ ਜਿਹੜਾ ਐਕਟਿਵ ਸੀ ਉਹ ਸੁਸਤ ਹੋ ਜਾਏਗਾ ਇੱਕਦਮ। ਕਿਉਂ? ਮਨ ਅਤੇ ਸਰੀਰ ਜੁੜੇ ਹੋਣ ਕਾਰਨ ਸਰੀਰ ਨੂੰ ਜੇ ਦੁੱਖ ਹੁੰਦਾ ਤਾਂ ਮਨ ਨੂੰ ਹੁੰਦਾ, ਮਨ ਨੂੰ ਦੁੱਖ ਹੁੰਦਾ ਤਾਂ ਸਰੀਰ ਨੂੰ ਦੁੱਖ ਹੁੰਦਾ। ਇਸ ਲਈ ਸਰੀਰ ਨੂੰ ਕੁੱਟਿਆ ਜਾਂਦਾ ਵੀ ਇਹਦੇ ਮਨ ਨੂੰ ਦੁੱਖ ਹੋਏਗਾ ਤਾਂ ਜਾ ਕੇ ਹਟੇਗਾ। ਛਿੱਲੜ ਨੂੰ ਕੁੱਟਿਆ ਜਾਂਦਾ ਤਾਂ ਜੋ ਛਿੱਲੜ ਪਰਾਂ ਹੋ ਜਾਏ, ਤੁਸੀਂ ਚੌਲਾਂ ਨੂੰ ਪ੍ਰਾਪਤ ਕਰ ਸਕੀਏ। ਸੋ ਗੁਰੂ ਮਹਾਰਾਜ ਕਹਿੰਦੇ ਨੇ ਜੇ ਝਗੜਾ ਕਰਨਾ ਮਨ ਹੀ ਨਾਲ ਝਗੜਾ, ਕਿਉਂਕਿ ਚੰਗੇ ਮੰਦੇ ਕੰਮ ਸਾਡੇ ਤੋਂ ਮਨ ਕਰਵਾਉਂਦਾ, ਸਰੀਰ ਕਰਦਾ। ਸਰੀਰ ਮਨ ਦਾ ਆਖਾ ਮੰਨਦਾ ਹੈ। ਤੁਹਾਡੇ ਮਨ ਨੇ ਕਿਹਾ ਚਲੋ ਸਤਸੰਗ ਚੱਲੀਏ, ਸਰੀਰ ਤੁਹਾਨੂੰ ਲੈ। ਜੇ ਤੁਹਾਡਾ ਮਨ ਕਹਿੰਦਾ ਵੀ ਅੱਜ ਬਾਜ਼ਾਰ 'ਚ ਜ਼ਰੂਰੀ ਕੰਮ ਹੈ, ਅੱਜ ਬਾਜ਼ਾਰ ਚੱਲਦੇ ਹਾਂ, ਸਰੀਰ ਨੇ ਬਾਜ਼ਾਰ ਨੂੰ ਚਲੇ ਜਾਣਾ ਸੀ। ਨਾਮ ਜਪਣਾ, ਮਨ ਕਹਿੰਦਾ ਨਾਮ ਜਪੀਏ, ਸਰੀਰ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ ਹੈ। ਮਨ ਸੁਸਤ ਹੈ, ਉਹ ਕਹਿੰਦਾ ਚਲ ਯਾਰ ਆਰਾਮ ਕਰੀਏ, ਚਲ ਲੇਟ ਜਾਂਦਾ। ਸਾਡੇ ਤੋਂ ਚੰਗੇ ਬੰਦੇ ਸਾਰੇ ਕੰਮ ਮਨ ਕਰਵਾਉਂਦੇ, ਇਸ ਲਈ ਕਹਿੰਦਾ ਝਗੜਨਾ ਤੇ ਮਨ ਨਾਲ ਝਗੜਨਾ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਸੱਥ ਹੁੰਦੇ ਸੁਲ੍ਹਾ ਸਫਾਈ ਸਮਝੌਤਾ। ਜੇ ਝਗੜਾ ਕਰਨਾ ਤਾਂ ਵੀ ਮਨ ਨਾਲ, ਜੇ ਸਮਝੌਤਾ ਕਰਨਾ ਤਾਂ ਵੀ ਮਨ ਨਾਲ। ਮਨ ਹੀ ਮੰਝ ਸਮਾਏ। ਮਨ ਫਿਰ ਮਨ ਦੇ ਵਿੱਚ ਹੀ ਸਮਾ ਜਾਂਦਾ, ਉਹਨੂੰ ਕਹਿੰਦੇ ਅਮਨ ਹੋ ਜਾਣਾ। ਮਨ ਇੱਕ ਸਮਾਂ ਆਉਂਦਾ ਅਮਨ ਹੋ ਜਾਂਦਾ। ਜਦੋਂ ਮਨ ਅਮਨ ਹੋ ਜਾਂਦਾ ਹੈ ਉਦੋਂ ਫਿਰ ਸਾਡੀ ਆਤਮਾ ਪਰਮਾਤਮਾ ਤੱਕ ਜਾਂਦੀ ਹੈ। ਉਹਨੂੰ ਕਹਿੰਦੇ ਸਮਾਧੀ ਲੱਗਣਾ। ਮਨ ਅਮਨ ਹੋ ਗਿਆ ਹੈ, ਮਨ ਕਰਕੇ ਸਾਡੇ 'ਚ ਫੁਰਨੇ ਆਉਂਦੇ ਨੇ। ਜਦੋਂ ਮਨ ਅਮਨ ਹੋ ਜਾਂਦਾ ਕੋਈ ਖਿਆਲ ਕੋਈ ਫੁਰਨਾ ਸੰਸਾਰ ਦਾ ਆਉਂਦਾ ਹੀ ਨਹੀਂ, ਉਦੋਂ ਸਾਡੀ ਬਿਰਤੀ ਪਰਮਾਤਮਾ ਨੂੰ ਲੱਗ ਜਾਂਦੀ। ਜਦੋਂ ਪਰਮਾਤਮਾ ਨੂੰ ਬਿਰਤੀ ਲੱਗਦੀ ਉਹਨੂੰ ਕਹਿੰਦੇ ਇਹ ਸਮਾਧੀ ਸਥਿਤ ਹੋ ਗਿਆ ਹੈ।
ਉਦੋਂ ਮਨ ਨਹੀਂ ਕੰਮ ਕਰ ਰਿਹਾ ਹੁੰਦਾ, ਸਿਰਫ ਆਤਮਾ ਪਰਮਾਤਮਾ ਦਾ ਰੂਪ ਹੋਣ ਕਰਕੇ ਫਿਰ ਆਤਮਾ ਸਾਰਾ ਕੁਝ ਕਰ ਰਹੀ ਹੁੰਦੀ। ਇਸ ਲਈ ਕਹਿੰਦੇ ਮਨ ਜੋ ਇੱਛੇ ਸੋਲ ਹੈ, ਸੱਚੇ ਸ਼ਬਦ ਸਪਾਏ। ਜਦੋਂ ਪਿਆਰ ਸਹਿਤ ਮਨ ਪਰਮਾਤਮਾ ਦੇ ਨਾਮ ਨੂੰ ਜਪਦਾ ਨਾ, ਜੋ ਚਾਹੇ ਉਹੀ ਮਿਲਦਾ, ਜੋ ਚਾਹੇ ਉਹੀ ਮਿਲੇਗਾ, ਕਿਉਂਕਿ ਸਭ ਦਾਤਾ ਪਰਮਾਤਮਾ ਕੋਲ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਸਾਨੂੰ ਕਿਉਂ ਨਹੀਂ ਉਹ ਦਿੰਦਾ? ਅਸੀਂ ਸਿਮਰਨ ਤੇ ਕਰਦੇ ਨਹੀਂ, ਉਂਝ ਕਹੀ ਜਨੇ ਆਹ ਦੇ ਦੇ, ਆਹ ਦੇ ਦੇ। ਜੇ ਅਸੀਂ ਭਜਨ ਬੰਦਗੀ ਕਰਕੇ ਮੰਗੀਏ, ਗੱਲ ਬਣ ਸਕਦੀ ਹੈ ਸਾਡੀ। ਅਸੀਂ ਸ਼ਰਤਾਂ ਨਹੀਂ ਪੂਰੀਆਂ ਕਰਦੇ, ਮੰਗੀ ਜਾਂਦੇ ਹਾਂ। ਹਾਂ, ਗੁਰਬਾਣੀ ਤੇ ਵਾਲਾ ਕਹਿੰਦਾ ਜੀ, ਗੁਰਬਾਣੀ ਲਿਖਿਆ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇਸ 'ਚ ਕੋਈ ਸ਼ੱਕ ਨਹੀਂ, ਪਰ ਇਹ ਕਿਤੇ ਨਹੀਂ ਲਿਖਿਆ ਹੋਇਆ ਵੀ ਅੱਜੇ ਦੇਗਾ, ਕੱਲ੍ਹ ਨੂੰ ਦੇਗਾ, ਪਰਸੋਂ ਨੂੰ ਦੇਗਾ, ਸਾਲ ਨੂੰ ਦੇਗਾ, 10 ਸਾਲ ਨੂੰ ਦੇਗਾ। ਪਰ ਜੋ ਤੁਸੀਂ ਮੰਗਿਆ ਪਰਮਾਤਮਾ ਨੇ ਉਹ ਦੇਣਾ ਹੀ ਹੈ, ਚਾਹੇ 100 ਸਾਲ ਨੂੰ ਦੇਵੇ, ਦਊਗਾ ਜ਼ਰੂਰ। ਫਿਰ ਤਾਂ ਨਿਜੇ ਨਾ ਦੇਵੇ, ਫਿਰ ਤਾਂ ਗੁਰਬਾਣੀ ਗਲਤ ਹੋ ਗਈ। ਪਰ ਜਿਹੜਾ ਭਗਤ ਹੈ ਉਹ ਜਦੋਂ ਮੰਗਦਾ ਉਹ ਨਾਲ ਦੀ ਨਾਲ ਹੀ ਉਹਨੂੰ ਮਿਲਦਾ। ਕਿਉਂ? ਪਰਮਾਤਮਾ ਉਸ 'ਤੇ ਖੁਸ਼ ਹੈ, ਪਰਮਾਤਮਾ ਉਸ 'ਤੇ ਖੁਸ਼ ਹੈ। ਉਹ ਕਹਿੰਦਾ ਤੂੰ ਬੋਲ ਸਹੀ, ਹੁਣ ਹੀ ਲੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸਚ। ਦਾਸ ਹੋਣਾ ਪੈਂਦਾ। ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਮੈਂ ਜੀਵਨ ਪੜ੍ਹ ਰਿਹਾ ਸੀ। ਅਜੇ ਲੋਕ ਉਹਨਾਂ ਨੂੰ ਸੰਤ ਨਹੀਂ ਸਨ ਮੰਨਣ ਲੱਗੇ। ਰਾਜਪੁਰੇ ਦੇ ਨਾਲ ਮੰਡਿਆਣੀ ਪਿੰਡ ਹੈ, ਉੱਥੇ ਉਹਨਾਂ ਦਾ ਕਥਾ ਕੀਰਤਨ ਸੀ। ਇੱਕ ਘਰ 'ਚ ਕਥਾ ਕੀਰਤਨ ਕਰਕੇ ਆਪਣਾ ਵਾਜਾ ਅਤੇ ਢੋਲਕੀ ਆਪ ਹੀ ਚੱਕੇ ਹੋਏ ਨੇ। ਸੰਤ ਈਸ਼ਰ ਸਿੰਘ ਜੀ ਸਨ ਅਤੇ ਨਾਲ ਸੰਤ ਕਿਸ਼ਨ ਸਿੰਘ ਜੀ। ਸੰਤ ਕਿਸ਼ਨ ਸਿੰਘ ਜੀ ਢੋਲਕੀ ਵਜਾਇਆ ਕਰਦੇ ਸਨ ਅਤੇ ਸੰਤ ਈਸ਼ਰ ਸਿੰਘ ਜੀ ਇਹ ਕੀਰਤਨ ਕਰਿਆ ਕਰਦੇ ਸਨ, ਕਥਾ ਵਾਰਤ ਕਰਦੇ ਸਨ। ਬਾਹਰ ਜਾ ਰਹੇ ਨੇ, ਗਰਮੀਆਂ ਦਾ ਮੌਸਮ ਹੈ, ਦੁਪਹਿਰ ਹੋ ਗਈ, ਪ੍ਰੋਗਰਾਮ ਮੁੱਕੇ 'ਤੇ ਰੋਟੀ ਪਾਣੀ ਕਰਕੇ ਤੁਰੇ ਜਾ ਰਹੇ ਵੀ ਰਾਜਪੁਰਿਓ ਗੱਡੀ ਫੜਨੀ, ਤਮਤਾਨ ਸਾਹਿਬ ਆਉਣਾ ਸੀ ਨਾ, ਇੱਥੇ ਸੌਰੀ ਤਬਲਾਨ ਇੱਥੇ ਆਉਣਾ। ਸੰਤ ਈਸ਼ਰ ਸਿੰਘ ਮਹਾਰਾਜ ਨੂੰ ਲੱਗੀ ਪਿਆਸ। ਕਹਿੰਦੇ ਕਿਸ਼ਨ ਸਿਆਂ ਆਪਾਂ ਬੇਹੰਗਮ ਹਾਂ, ਪੈਸਾ ਕੋਲ ਰੱਖਦੇ ਨਹੀਂ। ਜੇ ਕੋਲ ਪੈਸੇ ਹੁੰਦੇ ਰਾਜਪੁਰੇ ਜਾ ਕੇ ਲੱਸੀ ਪੀਂਦੇ। ਭਲੇ ਜ਼ਮਾਨੇ ਤੋਂ ਚਾਹ ਨਹੀਂ ਸੀ, ਲੱਸੀ ਪੀਂਦੇ। ਇੰਨਾ ਹੀ ਅਜੇ ਕਿਹਾ। ਇੱਕ ਨਿਹੰਗ ਬਾਣੇ 'ਚ ਬੰਦਾ ਭੱਜਿਆ ਆ ਰਿਹਾ ਅਤੇ ਸਾਹਮਣੇ ਆ ਕੇ ਸੰਤ ਈਸ਼ਰ ਸਿੰਘ ਦੇ ਚਰਨਾਂ 'ਤੇ 10 ਰੁਪਏ ਮੱਥਾ ਟੇਕਦਾ। ਅੱਜ ਦੇ ਕਈ ਸੌ ਦੇ ਬਰਾਬਰ ਹੋਣਾ, ਕਿਉਂਕਿ 1975 ਦਾ ਸੰਤ ਈਸ਼ਰ ਸਿੰਘ ਜੀ ਮਹਾਰਾਜ ਸਰੀਰ ਵੀ ਤਿਆਗ ਗਏ ਸਨ। 1905 'ਚੋਂ ਪੈਦਾ ਹੋਏ ਸਨ, ਤਾਂ ਇਹ ਕੁਝ 1930 ਦੀ ਗੱਲ ਹੋਣੀ ਹੈ। ਉਦੋਂ ਨੌਜਵਾਨ ਸਨ। ਅੱਜ ਤੋਂ ਤਕਰੀਬਨ 90 ਸਾਲ ਪਹਿਲਾਂ ਆ ਕੇ 10 ਰੁਪਏ ਮੱਥਾ ਟੇਕ। ਉਹ ਕਹਿੰਦੇ ਭਾਈ ਇਹ ਕਾਹਦੇ? ਕਹਿੰਦਾ ਜੀ ਮੈਂ ਸੁੱਖਿਆ ਸੀ। ਉਹ ਨਿਹੰਗ ਸਿੰਘ ਕਹਿੰਦਾ ਬਈ ਜਦੋਂ ਮੈਨੂੰ ਪਹਿਲੀ ਵਾਰ ਸੰਤ ਈਸ਼ਰ ਸਿੰਘ ਮਹਾਰਾਜ ਦੇ ਦਰਸ਼ਨ ਹੋਣਗੇ, ਮੈਂ 10 ਰੁਪਏ ਉਹਨਾਂ ਨੂੰ ਭੇਟਾ ਕਰਾਂਗਾ। ਅੱਜ ਕਹਿੰਦੇ ਮੈਨੂੰ ਪਤਾ ਲੱਗਾ ਵੀ ਤੁਸੀਂ ਇਸ ਪਿੰਡ 'ਚ ਆਏ ਹੋਏ ਹੋ, ਮੈਂ ਤੁਹਾਨੂੰ ਮਿਲਣ ਆਇਆ। ਉਹ ਘਰ ਦੇ ਜੀ ਕਹਿੰਦੇ ਵੀ ਉਹ ਤਾਂ ਹੁਣੇ ਹੀ ਗਏ ਨੇ, ਉਹ ਜਿਹੜੇ 2 ਤੁਰੇ ਜਾ ਰਹੇ ਨੇ ਉਹਨਾਂ 'ਚ ਨੇ ਸੰਤ ਈਸ਼ਰ ਸਿੰਘ ਜੀ। ਮੈਂ ਉਹਨਾਂ ਨੂੰ ਪੁੱਛਿਆ ਵੀ ਉਹਨਾਂ 'ਚੋਂ ਮੈਨੂੰ ਕਿਵੇਂ ਪਤਾ ਕਿਹੜਾ ਹੈ? ਕਹਿ ਜਿਹੜਾ ਛੋਟੀ ਉਮਰ ਦਾ ਹੋਵੇਗਾ ਉਹ ਹੋਣਗੇ। ਕਹਿ ਜੇ ਮੈਂ ਤੁਹਾਡੇ ਸਾਹਮਣੇ ਆਇਆ, ਤੁਸੀਂ ਮੈਨੂੰ ਛੋਟੀ ਉਮਰ ਦੇ ਲੱਗੇ, ਇਸ ਲਈ ਕਿਰਪਾ ਕਰਕੇ ਆ ਲਓ 10 ਰੁਪਏ। ਸੰਤ ਈਸ਼ਰ ਸਿੰਘ ਮਹਾਰਾਜ ਨੇ ਫੜ ਲਏ। ਜਿਉਂ ਹੀ ਪੈਸੇ ਫੜੇ ਉਹ ਅਲੋਪ ਹੋ ਗਿਆ। ਸੰਤ ਈਸ਼ਰ ਸਿੰਘ ਕਹਿੰਦੇ ਕਿਸ਼ਨ ਸਿਆਂ ਕੁਝ ਹੋਰ ਹੀ ਮੰਗ ਲੈਂਦੇ। ਜਿਹੜਾ ਹੁੰਦਾ ਨਾ ਰੱਬ ਦਾ ਦਾਸ, ਉਹਦੀ ਇੱਛਾ ਨਾਲ ਦੀ ਨਾਲ ਪੂਰੀ ਹੁੰਦੀ। ਸਾਡੀ ਕਮਾਈ ਘੱਟ ਹੈ, ਇਸ ਲਈ ਸਾਡੀ ਇੱਛਾ ਦੇਰ ਨਾਲ ਪੂਰੀ ਹੁੰਦੀ।
ਪੂਰੀ ਜ਼ਰੂਰ ਹੋਵੇਗੀ। ਨਹੀਂ ਤੇ ਗੁਰਬਾਣੀ ਗਲਤ ਹੋ ਜਾਏ ਤੇ ਗੁਰਬਾਣੀ ਤੇ ਡਾਊਟ ਕੀਤਾ ਹੀ ਨਹੀਂ ਜਾ ਸਕਦਾ। ਇਹ ਤਾਂ ਰੱਬੀ ਬਾਣੀ ਹੈ, ਇਹ ਤਾਂ ਧੁਰ ਕੀ ਬਾਣੀ ਹੈ। ਪਰਮਾਤਮਾ ਤੇ ਸ਼ੰਕਾ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਗੁਰੂ ਤੇ ਸ਼ੰਕਾ ਨਹੀਂ ਕੀਤਾ ਜਾ ਸਕਦਾ। ਬਾਣੀ 'ਚ ਲਿਖਿਆ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮਿਲੇਗਾ, ਸਮਾਂ ਪਾ ਕੇ ਮਿਲੇਗਾ। ਜੇ ਭਜਨ ਬੰਦਗੀ ਕੀਤੀ ਫਿਰ ਛੇਤੀ ਮਿਲੇਗੀ। ਤਾਂ ਹੀ ਅਸੀਂ ਪਾਠ ਦਿੰਦੇ, ਤੂੰ ਪਾਠ ਕਰ, ਤੇਰੀ ਇੱਛਾ ਪੂਰੀ ਹੋਵੇ। ਕਿਸੇ ਦੀ 40 ਦਿਨਾਂ ਬਾਅਦ ਹੋ ਗਈ, ਕਿਸੇ ਦੀ 38 ਦਿਨਾਂ 'ਚ ਹੋ ਗਈ, ਕਿਸੇ ਦੀ 35 ਦਿਨਾਂ 'ਚ ਹੋ ਗਈ, ਕਿਸੇ ਦੀ 30 'ਚ ਹੋ ਗਈ, ਜਿਵੇਂ ਅਗਲੇ ਯਤਨ। ਭਜਨ ਬੰਦਗੀ ਨਾਲ ਹੀ ਸਾਡੀ ਗੱਲ ਬਣਨੀ ਹੈ। ਤਾਂ ਗੁਰੂ ਮਹਾਰਾਜ ਕਹਿੰਦੇ, ਮਨ ਜੋ ਇੱਛੇ ਸੋ ਲਹੈ, ਸੱਚੇ ਸ਼ਬਦ ਸੁਭਾਏ। ਜਦੋਂ ਪਰਮਾਤਮਾ ਸੱਚਾ, ਪਰਮਾਤਮਾ ਦੇ ਸ਼ਬਦ ਨਾਮ ਨਾਲ ਪਿਆਰ ਕਰੇਗਾ ਨਾ, ਸੁਭਾਏ ਸੋਹਣੀ ਭਾਵਨਾ ਰੱਖੇਗਾ, ਫਿਰ ਮਨ ਜੋ ਚਾਹੇਗਾ ਉਹੀ ਮਿਲਦਾ ਹੈ। ਸੋ ਅਸੀਂ ਪਿਆਰ ਸਹਿਤ ਬਸ ਨਾਮ ਜਪੀ ਜਾਣਾ ਜਾਂ ਬਾਣੀ ਪੜ੍ਹੀ ਜਾਣਾ, ਸਮਾਂ ਪਾ ਕੇ ਸਾਡੀ ਇੱਛਾ ਪੂਰੀ ਹੋ ਜਾਏਗੀ। ਇੱਕ ਗੱਲ ਯਾਦ ਰੱਖਣੀ, ਪਰਮਾਤਮਾ ਆਪਣੇ ਭਗਤ ਦੀ ਕੋਈ ਗਲਤ ਇੱਛਾ ਪੂਰੀ ਨਹੀਂ ਕਰਦਾ। ਸਾਨੂੰ ਨਹੀਂ ਪਤਾ ਜੋ ਅਸੀਂ ਮੰਗ ਰਹੇ ਹਾਂ ਇਹ ਸਾਡੇ ਲਈ ਲਾਭਦਾ ਹੈ ਕਿ ਨਹੀਂ ਹੈ। ਇਸ ਵੇਲੇ ਜੋ ਅਸੀਂ ਮੰਗ ਰਹੇ ਹਾਂ ਸਾਨੂੰ ਲੱਗਦਾ ਹੈ ਸਾਡੇ ਲਈ ਲਾਭਦਾਇਕ ਹੈ। ਇੱਕ ਮਾਤਾ ਆਉਂਦੀ ਹੁੰਦੀ, ਉਹ ਕਹੇ ਜੀ ਵੀ ਮੇਰਾ ਪੁੱਤਰ ਕਦੋਂ ਮਰੇਗਾ। ਧਿਆਨ ਦੇਣਾ, 3-4 ਵਾਰੀ ਆ ਲਈ ਵਿਚਾਰੀ, ਕਹੇ ਜੀ ਮੇਰਾ ਪੁੱਤਰ ਕਦੋਂ ਮਰੇਗਾ। ਮੈਂ ਹੁਕਮਨਾਮਾ ਲੈਣਾ ਵੀ 31 ਦਸੰਬਰ ਤੱਕ ਜਿਉਂਦਾ ਰਹੇ, ਉੱਥੇ ਜਿਉਂਦਾ ਰਹੇਗਾ। ਮੈਂ ਅਗਲੇ ਸਾਲ 31 ਦਸੰਬਰ ਤੱਕ ਜਿਉਂਦਾ ਰਹੇ, ਉੱਥੇ ਮੈਂ ਜਿਉਂਦਾ ਰਹੇਗਾ। ਮੈਂ ਅਗਲੇ ਸਾਲ 31 ਜਿਉਂਦਾ, ਮੈਂ ਮਾਤਾ ਜੀ ਅਜੇ ਨਹੀਂ ਮਰਦਾ। ਪੁੱਤਰ ਜਦੋਂ ਹੋਇਆ ਹੁਣੇ ਕਿੰਨੀ ਖੁਸ਼ੀ ਮਨਾਈ ਹੋਵੇਗੀ। ਅੱਜ ਉਹੀ ਮਾਂ ਕਹਿੰਦੀ ਕਦੋਂ ਮਰੇਗਾ। ਇਸ ਲਈ ਕਈ ਵਾਰੀ ਜੋ ਅਸੀਂ ਮੰਗ ਰਹੇ ਹਾਂ ਨਾ, ਸਾਨੂੰ ਪਤਾ ਨਹੀਂ ਹੁੰਦਾ ਸਾਡੇ ਲਈ ਬਾਅਦ 'ਚ ਲਾਭਦਾਇਕ ਹੋਏਗਾ ਕਿ ਨੁਕਸਾਨਦਾਇਕ ਚੀਜ਼ ਆਏਗੀ। ਪਰਮਾਤਮਾ ਨੂੰ ਪਤਾ ਹੁੰਦਾ ਹੈ, ਉਹ ਆਪਣੇ ਭਗਤ ਦੀ ਕੋਈ ਗਲਤ ਮੰਗ ਪੂਰੀ ਹੀ ਨਹੀਂ ਕਰਦਾ। ਭਗਤ ਵੀ ਸਿਆਣਾ, ਉਹ ਯਤਨ ਤੇ ਕਰਦਾ। ਜਦੋਂ ਉਹਨੂੰ ਪਤਾ ਲੱਗਦਾ ਮੇਰੀ ਮੰਗ ਪੂਰੀ ਨਹੀਂ ਹੁੰਦੀ, ਉਹ ਸਮਝ ਲੈਂਦਾ ਵੀ ਪਰਮਾਤਮਾ ਨੇ ਮਨਜ਼ੂਰ ਨਹੀਂ ਹੈ, ਉਹ ਫਿਰ ਮੰਗਣਾ ਬੰਦ ਕਰ ਦਿੰਦਾ। ਬਾਅਦ ਦੇ ਵਿੱਚ ਉਹਨੂੰ ਪਤਾ ਲੱਗਦਾ ਕਿ ਅੱਛਾ ਹੋਇਆ ਪਰਮਾਤਮਾ ਨੇ ਮੇਰੀ ਮੰਗ ਪੂਰੀ ਨਹੀਂ ਕੀਤੀ, ਅੱਛਾ ਹੋਇਆ, ਉਹਨੂੰ ਬਾਅਦ 'ਚ ਸਮਝ ਆ ਜਾਂਦੀ। ਇਸ ਲਈ ਮਨ ਜੋ ਚਾਹੇ ਕਹਿੰਦੇ ਉਹ ਮਿਲਦਾ। ਸ਼ਰਤ ਇਹ ਹੈ ਕਿ ਜੇ ਉਹ ਨਾਮ ਜਪੇ ਤਾਂ। ਅੰਮ੍ਰਿਤ ਨਾਮ ਸਦ ਪੁੰਜੀਐ, ਗੁਰਮੁਖ ਕਾਰ ਕਮਾਏ। ਕਹਿੰਦੇ ਗੁਰਮੁਖਾਂ ਵਾਲੇ ਕੰਮ ਕਰਨੇ ਨੇ, ਮਨਮੁਖਾਂ ਲਈ ਨਹੀਂ ਕਰਨੇ। ਜੋ ਗੁਰੂ ਮਹਾਰਾਜ ਕਹਿੰਦੇ ਨੇ ਉਹ ਕਾਰ ਕਰਨੀ ਹੈ। ਪਰਮਾਤਮਾ ਦਾ ਨਾਮ ਜਪਣਾ, ਪੁੰਚਣਾ ਹੁੰਦਾ ਕਿਸੇ ਚੀਜ਼ ਨੂੰ ਦਾ ਆਨੰਦ ਮਾਣਨਾ। ਜੇ ਕੋ ਖਾਵੇ ਜੇ ਕੋ ਪੁੰਚੈ। ਮੰਨ ਲਓ ਤੁਸੀਂ ਰੋਟੀ ਖਾਧੀ ਮਗਰ ਉਲਟੀ ਆ ਗਈ, ਗੱਲ ਨਾ ਬਣੀ। ਰੋਟੀ ਖਾਧੀ ਮਗਰੋਂ ਬੜਾ ਉਸ ਦਾ ਆਨੰਦ ਆਇਆ, ਉਹਨੂੰ ਕਹਿੰਦੇ ਪੁੰਚਣਾ। ਉਹਨੂੰ ਪੁੰਚਣਾ ਨਾਮ ਹੈ। ਜਦੋਂ ਅਸੀਂ ਪਿਆਰ ਸਹਿਤ ਉਸ ਨੂੰ ਜਪਦੇ ਹਾਂ, ਸਮਝੋ ਅਸੀਂ ਉਸ ਨੂੰ ਪੁੰਚ ਰਹੇ ਹਾਂ, ਉਹਦਾ ਆਨੰਦ ਮਾਣ ਰਹੇ। ਅੰਮ੍ਰਿਤ ਨਾਮ ਸਦ ਪੁੰਚੀਐ, ਉਹ ਸਦਾ ਹੀ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੁੰਚਦਾ ਹੈ, ਖਾਂਦਾ ਹੈ। ਗੁਰਮੁਖ ਕਾਰ ਕਮਾਏ, ਕਿਉਂਕਿ ਉਹ ਗੁਰੂ ਦੇ ਆਖੇ ਲਾਖੇ ਕਰਮ ਕਰਦਾ ਹੈ। ਵੇਨ ਮਨੈ, ਮਨ ਤੋਂ ਬਿਨਾਂ ਜੇ ਹੋਰੀ ਨਾ ਲੁਝਣ। ਗੁਰੂ ਮਹਾਰਾਜ ਜੇ ਲੜਨਾ ਮਨ ਨਾਲ ਲੜਨਾ, ਮਨ ਤੋਂ ਬਿਨਾਂ ਹੋਰ ਕਿਸੇ ਨਾਲ ਲੜਨਾ ਜਾਸੀ ਜਨਮ ਗਵਾਏ, ਆਪਣਾ ਜਨਮ ਵੀ ਗਵਾ ਕੇ ਚਲੇ ਜਾਣਾ, ਵਿਅਰਥ ਚਲੇ ਜਾਂਦਾ ਜੀਵਨ। ਕਹਿੰਦੇ ਲੋਕਾਂ ਨਾਲ ਨਹੀਂ ਲੜੀਦਾ ਹੁੰਦਾ, ਮਨ ਨਾਲ ਲੜਨਾ। ਜਦੋਂ ਸਾਨੂੰ ਮਨ, ਅਸੀਂ ਇੱਕ ਨਾਲ ਹੀ ਲੜ ਸਕਦੇ ਹਾਂ ਨਾ, ਇੱਕੋ ਟਾਈਮ 'ਤੇ ਇੱਕੋ ਸਮੇਂ ਅਸੀਂ ਇੱਕ ਨਾਲ ਹੀ ਲੜ ਸਕਦੇ ਹਾਂ।
ਜਦੋਂ ਅਸੀਂ ਮਨ ਨਾਲ ਹੀ ਲੜੀ ਜਾਣਾ, ਹੋਰ ਕਿਸੇ ਨਾਲ ਲੜਨ ਨੂੰ ਸਾਨੂੰ ਟਾਈਮ ਹੀ ਨਹੀਂ ਮਿਲਣਾ। ਲੜਨ ਤੋਂ ਕੀ ਭਾਵ ਹੈ? ਮਨ ਨਾਲ ਲੜਨਾ ਕੋਈ ਘਸੁੰਨ ਮੁੱਕੀ ਤਾਂ ਨਹੀਂ ਹੋਣਾ ਮਨ ਨਾਲ। ਮਨ ਕਿਹੜਾ ਕੋਈ ਸਤੂਲ ਚੀਜ਼ ਜੋ ਅਸੀਂ ਘਸੁੰਨ ਮਾਰਾਂਗੇ। ਭਾਵ ਮਨ ਨੂੰ ਗੁਰਬਾਣੀ ਅਨੁਸਾਰ ਸਮਝਾਈ ਜਾਣਾ, ਸਮਝਾਈ ਜਾਣਾ। ਇਹ ਅੜੀਆਂ ਕਰੂਗਾ, ਇਹ ਆਪਣੀ ਮਰਜ਼ੀ ਕਰੇਗਾ, ਅਸੀਂ ਇਹਨੂੰ ਮਰਜ਼ੀ ਨਹੀਂ ਕਰਨ ਦੇਣੀ। ਅਸੀਂ ਗੁਰਬਾਣੀ ਅਨੁਸਾਰ ਇਸ ਨੂੰ ਲਾਉਣਾ ਹੈ। ਇਹ ਹੈ ਮਨ ਨਾਲ ਲੜਨਾ। ਭਾਵ ਅਸੀਂ ਮਨ ਨੂੰ ਸਮਝਾਉਣਾ ਹੈ, ਲੋਕਾਂ ਨਾਲ ਝਗੜੇ ਕਰਨ ਦੀ ਲੋੜ ਨਹੀਂ ਹੈ। ਮਨ ਮੁਖੀ ਮਨ ਹਠ ਹਾਰਿਆ, ਕੂੜਕ ਸਤ ਕਮਾਏ। ਜਿਹੜਾ ਮਨਮੁਖ ਹੈ ਉਹ ਜੋ ਉਹਦਾ ਮਨ ਕਹਿੰਦਾ ਉਸ ਤਰ੍ਹਾਂ ਕਰਮ ਕਰਦਾ। ਮਨ ਹਠ, ਮਨ ਦੇ ਹਠ ਮਗਰ ਲੱਗ ਕੇ ਉਹ ਕਰਮ ਕਰਦਾ ਹੈ। ਕੂੜਕ ਸਤ ਕਮਾਏ, ਫਿਰ ਝੂਠ ਦੀ ਕਮਾਈ ਕਰਦਾ ਹੈ। ਫਿਰ ਹਾਰਿਆ, ਮਨੁੱਖਾ ਜਨਮ ਹਾਰ ਕੇ ਚਲਾ ਜਾਂਦਾ। ਗੁਰ ਪ੍ਰਸਾਦੀ ਮਨ ਜੀਣੇ, ਹਰ ਸੇਤੀ ਲਿਵ ਲਾਏ। ਜਿਹੜਾ ਪਰਮਾਤਮਾ ਨਾਲ ਲਿਵ ਲਾ ਲੈਂਦਾ ਹੈ, ਉਹ ਫਿਰ ਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤ ਜਾਂਦਾ ਹੈ। ਨਾਨਕ ਗੁਰਮੁਖ ਸੱਚ ਕਮਾਵੇ। ਫਿਰ ਜਿਹੜਾ ਗੁਰਮੁਖ ਬਣ ਜਾਂਦਾ ਹੈ, ਉਹ ਸੱਚ ਦੀ ਕਮਾਈ ਕਰਦਾ ਹੈ, ਨਾਮ ਦੀ ਕਮਾਈ ਕਰਦਾ ਹੈ। ਮਨਮੁਖ ਆਵੇ ਜਾਏ। ਜਿਹੜਾ ਮਨਮੁਖ ਹੈ ਉਹ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ, ਆਉਂਦਾ ਰਹਿੰਦਾ ਹੈ, ਜਾਂਦਾ ਰਹਿੰਦਾ ਹੈ, ਜੰਮਣ ਮਰਨ ਦੇ ਚੱਕਰ 'ਚ ਪਿਆ ਰਹਿੰਦਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।